ਵਾਹਿਗੁਰੂ ਸਾਹਿਬ ਜੀਓ। ਭਾਈ ਪ੍ਰਗਟ ਸਭ ਨਗਰ ਮਝਾਰੂ, ਮਨੁਜ ਪਰਸ ਪਰ ਕਰਤ ਉਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ, ਜਿਸ ਦੇ ਵਿੱਚ ਸ਼ਰਵਣ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੱਲ ਦੇ ਪ੍ਰਸੰਗ ਵਿੱਚ ਬੰਗਾਲ ਦੇ ਵਿੱਚ ਖੜਗਪੁਰ ਤੋਂ 60 ਕਿਲੋਮੀਟਰ ਚੰਦਰਕੋਨਾ ਨਾਮੇ ਇੱਕ ਨਗਰ ਹੈ, ਜਿੱਥੇ ਸਤਿਗੁਰੂ ਮਹਾਰਾਜ ਨਗਰ ਦੇ ਬਾਹਰ ਬੈਠੇ ਜਾ ਕੇ। ਸੋ ਉੱਥੇ ਝੰਡਾ ਬਾਢੀ ਨਾਮ ਦਾ ਇੱਕ ਭਗਤ ਰੱਬ ਦਾ ਪਿੰਡ ਵਿੱਚ ਰਹਿ ਕੇ ਕਿਰਤ ਕਰਨ ਵਾਲਾ, ਅਤੇ ਉੱਥੋਂ ਦਾ ਰਾਜਾ ਸੁਦਰਸੈਨ, ਉਹਦਾ ਮਾਮਾ ਇੰਦਰਸੈਨ, ਜੋ ਬਹੁਤ ਭਗਤੀ ਕਰਨ ਵਾਲਾ ਸੀ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੋਨਾਂ ਨੂੰ ਬੜਾ ਹੀ ਸੁੰਦਰ ਉਪਦੇਸ਼ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਜੋ ਗੁਰੂ ਧਾਰਨਾ ਪਹਿਲਾਂ ਆਪਣਾ ਤਨ ਮਨ ਧਨ ਇਹ ਅਰਪਣ ਕਰਨਾ। ਫਿਰ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਦੋਨਾਂ ਨੇ ਪਹਿਲਾਂ ਮਹਾਰਾਜ ਨੇ ਬਚਨ ਕੀਤਾ ਸੀ ਕਿ ਜੋ ਤੁਹਾਡਾ ਘਰ ਹੈ ਉਹ ਤੁਸੀਂ ਮਨ ਦੇ ਅੰਦਰ ਸੰਕਲਪ ਕਰਕੇ ਸਾਨੂੰ ਦੇ ਦਿਓ। ਕਹਿਣ ਲੱਗੇ ਜੀ ਤੁਹਾਨੂੰ ਦਿੱਤਾ। ਕਹਿੰਦੇ ਹੁਣ ਤੁਹਾਡਾ ਘਰ ਤੇ ਧਨ ਇਹ ਸਾਡਾ ਹੋ ਗਿਆ ਹੈ, ਇਹਦਾ ਸੰਕਲਪ ਨਾ ਕਰਿਓ। ਹੁਣ ਤੁਹਾਡੇ ਕੋਲ ਕੀ ਰਹਿ ਗਿਆ? ਕਹਿੰਦੇ ਜੀ ਸਰੀਰ। ਕਹਿੰਦੇ ਆਪਣਾ ਸਰੀਰ ਵੀ ਸਮਝੋ ਸਾਡੇ ਗੁਰੂ ਨਾਨਕ ਦੇਵ ਜੀ ਦਾ ਹੈ। ਸਰੀਰ ਵੀ ਤੁਸੀਂ ਹੁਣ ਹਿਲਾਉਣਾ ਨਹੀਂ ਦੋਵਾਂ ਨੇ। ਹੁਣ ਕੀ ਰਹਿ ਗਿਆ? ਕਹਿੰਦੇ ਹੁਣ ਰਹਿ ਗਿਆ ਮਨ। ਕਹਿੰਦੇ ਮਨ ਵੀ ਸਾਨੂੰ ਦੇ ਦਿਓ। ਮਨ ਦੀਆਂ 4 ਹਿੱਸੇ ਨੇ। ਮਨ ਸੰਕਲਪ ਵਿਕਲਪ ਨਾ ਉਠਾਵੇ। ਮਨ ਦਾ ਦੂਸਰਾ ਹਿੱਸਾ ਬੁੱਧੀ। ਬੁੱਧੀ ਨਿਸ਼ਚੇ ਕਰਾਉਂਦੀ ਹੈ, ਇਹ ਵੀ ਨਹੀਂ ਕਰਨਾ। ਚਿੱਤ ਦੀ ਚਿਤਵਣੀ ਵੀ ਨਹੀਂ ਕਰਨੀ ਤੇ ਹੰਕਾਰ ਵੀ ਨਹੀਂ ਕਰਨਾ। ਹੁਣ ਇਹ 3 ਚੀਜ਼ਾਂ ਤੁਸੀਂ ਸਾਨੂੰ ਅਰਪਣ ਕਰ ਦਿੱਤੀਆਂ ਨੇ। ਹੁਣ ਤੁਹਾਡੇ ਅੰਦਰ ਕੀ ਹੈ? ਕਹਿੰਦੇ ਹੁਣ ਸੂਖਮ ਜਿਹਾ ਫੁਰਨਾ ਰਹਿੰਦਾ ਅੰਦਰ, ਇੱਕ ਮਾੜਾ ਜਿਹਾ ਫੁਰਨਾ ਜਿਹਾ ਉੱਠਦਾ। ਮਹਾਰਾਜ ਕਹਿਣ ਲੱਗੇ ਇਹੀ ਆਤਮਾ ਹੈ। ਇਸ ਆਤਮਾ ਦਾ ਸਰੂਪ ਜਿਹੜਾ ਹੈ ਉਹ ਪਰਮਾਤਮਾ ਇੱਕੋ ਰੂਪ ਹੈ। ਤੁਸੀਂ ਆਪਣੇ ਅੰਦਰ ਆਪਣੀ ਆਤਮਾ ਨੂੰ ਦੇਖਦੇ ਹੋਏ ਸੰਸਾਰ ਨੂੰ ਮਿਥਿਆ ਨਿਸ਼ਚੇ ਕਰੋ। ਸੰਸਾਰ ਝੂਠਾ ਹੈ। ਜਦੋਂ ਗੁਰਾਂ ਨੇ ਦੇਖਿਆ ਕਿ ਜੁੜ ਗਏ ਬਿਲਕੁਲ, ਸਤਿਗੁਰੂ ਮਹਾਰਾਜ ਨੇ ਉਸ ਵਕਤ ਆਪਣੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਬਚਨ ਕੀਤਾ ਕਿ ਹੁਣ ਤੁਸੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਨੇ ਸਤਨਾਮ ਵਾਹਿਗੁਰੂ ਕਹਾ ਕੇ ਉਹਨਾਂ ਨੂੰ ਨਾਮ ਦੀ ਦਾਤ ਦਿੱਤੀ। ਉਹ ਦੋਨੋਂ ਜਾਣੇ 9 ਘੰਟੇ ਤੱਕ ਸਮਾਧੀ 'ਚ ਲੀਨ ਰਹੇ। ਜਦੋਂ ਇਸ ਤਰ੍ਹਾਂ ਕਰਦਿਆਂ ਹੁਣ ਸਵੇਰ ਹੋ ਗਈ, ਅੰਮ੍ਰਿਤ ਵੇਲਾ ਹੋਇਆ। ਉੱਠ ਕੇ ਗੁਰਾਂ ਨੇ ਇਸ਼ਨਾਨ ਕੀਤਾ, ਉਹਨਾਂ ਦੀ ਸਮਾਧੀ ਫਿਰ ਖੋਲ੍ਹ ਦਿੱਤੀ। ਸਤਿਗੁਰੂ ਕਹਿਣ ਲੱਗੇ ਇੰਦਰਸੈਨ ਨੂੰ ਕਿ ਤੂੰ ਹੁਣ ਇੱਥੇ ਗੁਰਮੁਖ ਦੀ ਮੰਜੀ ਲੈ ਕੇ, ਤਾਂ ਪਹਿਲਾਂ ਮੰਜੀਆਂ ਦਿੰਦੇ ਹੁੰਦੇ ਸੀ ਪ੍ਰਚਾਰ ਨੂੰ। ਮੰਜੀ ਹੁੰਦੀ ਸੀ ਜਿਵੇਂ ਆਪਾਂ ਕਿਸੇ ਨੂੰ ਇੱਕ ਜਗ੍ਹਾ ਦੇ ਉੱਤੇ ਸਥਾਪਿਤ ਕਰ ਦਈਏ,
ਪ੍ਰਚਾਰ ਲਈ। ਇੰਦਰਸੈਨ ਕਹਿਣ ਲੱਗਿਆ, ਮਹਾਰਾਜ ਤੁਸੀਂ ਮੈਨੂੰ ਇੰਨੀ ਉੱਚੀ ਅਵਸਥਾ ਦੇਤੀ ਕਿ ਮੈਥੋਂ ਹੁਣ ਪ੍ਰਚਾਰ ਨਹੀਂ ਹੋਣਾ, ਇਹ ਤਾਂ ਝੰਡੇ ਨੂੰ ਹੀ ਦੇ ਦਿਓ। ਉਸ ਵਕਤ ਮਹਾਰਾਜ ਨੇ ਝੰਡੇ ਨੂੰ ਮੰਜੀ ਦੇ ਦਿੱਤੀ ਅਤੇ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ। ਉੱਥੇ ਰਾਜੇ ਕੋਲ ਵੀ ਗੱਲ ਪਹੁੰਚ ਗਈ ਕਿ ਇੱਕ ਤਪਾ ਬਾਹਰ ਆਇਆ ਹੈ। ਉਹਨੇ ਝੰਡੇ ਨੂੰ ਇੱਥੇ ਦੇ ਇਲਾਕੇ ਦਾ ਆਪਣੇ ਵੱਲੋਂ ਗੁਰਮੁਖ ਥਾਪ ਦਿੱਤਾ, ਪ੍ਰਚਾਰਕ ਭਾਵ ਇੱਥੇ ਵਿਦਿਆ, ਧਾਰਮਿਕ ਵਿਦਿਆ, ਅਧਿਆਤਮਿਕ ਵਿਦਿਆ ਦਾ ਉਸਤਾਦ ਬਣਾ ਦਿੱਤਾ। ਇਸ ਤਰ੍ਹਾਂ ਸਾਰੇ ਕਿਤੇ ਜਦੋਂ ਇਹ ਗੱਲ ਫੈਲੀ ਹੈ ਤਾਂ ਹੁਣ ਸਤਿਗੁਰੂ ਮਹਾਰਾਜ ਅੱਗੇ ਜਿਵੇਂ ਬਖਸ਼ਿਸ਼ ਕਰਨਗੇ ਸ਼ਰਵਣ ਕਰਦੇ ਹਾਂ। ਸਵਾਓ ਇੱਕ ਵਾਰ ਫੇਰ ਨਾਮ ਦੇ ਨਾਲ ਜੁੜਦੇ ਹੋਏ ਆਪਣੇ ਮੁਖ ਪਵਿੱਤਰ ਕਰੀਏ। ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਈ ਪ੍ਰਗਟ ਸਭ ਨਗਰ ਮਝਾਰੂ। ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਲੋਕਾਂ ਦੇ ਵਿੱਚ ਫੈਲ ਗਈ। ਮਨੁਜ ਪਰਸ ਪਰ ਕਰਤ ਉਚਾਰੋ। ਉੱਥੇ ਜਿਹੜੇ ਬੰਦੇ ਸੀ ਉਹ ਆਪਸ ਵਿੱਚ ਮਿਲ ਕੇ ਇੱਕ ਦੂਜੇ ਦੇ ਨਾਲ ਗੱਲ ਕਰਦੇ ਹਨ। ਹੋਈ ਸੁਦਰ ਸੈਨ ਸੁਧ ਐਸੇ। ਹੌਲੀ ਹੌਲੀ ਇਹ ਗੱਲ ਰਾਜੇ ਸੁਦਰਸੈਨ ਤੱਕ ਵੀ ਪਹੁੰਚ ਗਈ ਹੈ। ਤਪਾ ਸਾਧ ਕੋ ਬਾਹਰ ਵੈਸੇ। ਕੋਈ ਬੈਠੇ ਨੇ ਬਾਹਰ, ਕੋਈ ਤਪਾ ਸਾਧੂ ਆਇਆ ਹੈ। ਝੰਡੇ ਕੋ ਸਤਿਗੁਰੂ ਬਨਾਇਆ। ਉਹਨੇ ਝੰਡੇ ਨੂੰ, ਝੰਡਾ ਬਾਢੀ, ਪੂਰਾ ਨਾਮ ਬਾਢੀ ਨਾਮ ਤਰਖਾਣ ਦਾ ਹੈ। ਰੀ ਬਾਈ ਬੇਢੀ ਦੇਣ ਨਾ ਜਾਈ। ਬਾਢੀ ਤੋਂ ਭਾਵ ਇਸ ਤਰ੍ਹਾਂ ਝੰਡੇ ਬਾਢੀ ਨੂੰ ਉੱਥੇ ਸਤਿਗੁਰੂ ਬਣਾਇਆ, ਭਾਵ ਲੋਕੀ ਇਸ ਤਰ੍ਹਾਂ ਹੀ ਕਹਿੰਦੇ ਸੀ। ਤੋ ਬਈ ਸਤਿਗੁਰੂ ਦਾ ਭਾਵ ਇੱਥੇ ਉਹ ਨਹੀਂ ਹੈ ਵੀ ਸੱਤ ਦੇ ਉਪਦੇਸ਼ ਕਰਨ ਵਾਲਾ ਉਸਤਾਦ ਇਸ ਇਲਾਕੇ ਵਿੱਚ ਬਣਾ ਦਿੱਤਾ ਹੈ। ਸੁਨ ਨਿਰੇਸਾ ਨਰ ਏਕ ਪਠਾਇਆ। ਸੁਣ ਕੇ ਰਾਜੇ ਨੇ ਫਿਰ ਇੱਕ ਬੰਦਾ ਉੱਥੇ ਭੇਜਿਆ ਹੈ। ਝੰਡਾ ਇੰਦਰ ਸੈਨ ਤਿਹ ਕਾਲਾ। ਉਸ ਵਕਤ ਭਾਈ ਝੰਡਾ ਬਾਢੀ ਅਤੇ ਇੰਦਰ ਸੈਨ ਬੈਠੇ ਦਰਸਹਿ ਦੀਨ ਦਿਆਲਾ। ਉਹ ਬੈਠੇ ਹੋਏ ਦੀਨ ਦਿਆਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਰਹੇ ਸਨ। ਮਾਨਵੇ ਆਵਤ ਵਾਕ ਅਲਾਵਾ। ਇੱਕ ਬੰਦਾ ਆਇਆ, ਉਹਨੇ ਇਸ ਤਰ੍ਹਾਂ ਗੱਲ ਕਹੀ ਹੈ, ਕੌਣ ਤਪਾ ਤੁਮ ਵਿਖੈ ਕਹਾਵਾ। ਤੁਹਾਡੇ ਵਿੱਚ ਕੌਣ ਹੈ ਜਿਹੜਾ ਤਪਾ ਕਹਾਉਂਦਾ ਹੈ। ਨਾਮ ਅਹੈ ਸ੍ਰੀ ਨਾਨਕ ਵਾਕ ਅਲਾਵਾ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਨਾਮ ਅਹੈ ਸ੍ਰੀ ਨਾਨਕ ਜਾਂ ਕੋ। ਸੋ ਜਿਨ੍ਹਾਂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਜੀ। ਨਿਰਪਤ ਬੁਲਾਵਤ ਹੈ ਅਵਤਾਂ ਕੋ। ਸੋ ਉਹਨਾਂ ਨੂੰ ਰਾਜੇ ਨੇ ਬੁਲਾਇਆ ਹੈ ਆਪਣੇ ਪਾਸ। ਇੰਦਰ ਸੈਨ ਬੋਲਿਓ ਤਿਹ ਸਾਥਾ। ਇੰਦਰ ਸੈਨ ਜੋ ਰਾਜੇ ਦਾ ਮਾਮਾ ਲੱਗਦਾ ਸੀ, ਉਹ ਉਸ ਵਕਤ ਉਹ ਬੰਦੇ ਨਾਲ ਬੋਲਿਆ, ਮੈਂ ਅਬ ਚਲੋ ਨਿਕਟ ਨਰ ਨਾਥਾ। ਨਰਾਂ ਦਾ ਜੋ ਨਾਥ ਮਾਲਕ ਹੈ, ਰਾਜਾ ਹੈ, ਮੈਂ ਉਹਦੇ ਕੋਲ ਤੇਰੇ ਨਾਲ ਚੱਲਦਾ ਹਾਂ। ਤਿਹ ਕੋ ਸਾਬਿਦ ਕਹਿ ਸਮਝਾਉ। ਮੈਂ ਜਾ ਕੇ ਹਰ ਤਰੀਕੇ ਨਾਲ ਰਾਜੇ ਨੂੰ ਹੁਣ ਸਮਝਾਵਾਂਗਾ। ਬਹਿਰੋਂ ਆਪ ਪਾਸ ਚੱਲ ਆਉ। ਬਹਿਰੋਂ ਆਪ ਪਾਸ ਚੱਲ ਆਊਂ। ਮਹਾਰਾਜ ਜੀ ਫਿਰ ਮੈਂ ਤੁਹਾਡੇ ਕੋਲ ਹੀ ਮੁੜ ਆਵਾਂਗਾ। ਸ੍ਰੀ ਗੁਰੂ ਭਨੈ ਉਠਿਓ ਤੂੰ ਕੈਸੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਾ ਤੂੰ ਇਉਂ ਦੱਸ ਉੱਠਿਆ ਕਿਵੇਂ ਹੈ। ਤੂੰ ਜਦੋਂ ਤਨ ਮਨ ਧਨ ਅਰਪਣ ਕਰ ਦਿੱਤਾ ਹੈ, ਤੇਰੇ ਮਨ ਨੇ ਸੰਕਲਪ ਕਿਉਂ ਕੀਤਾ ਤੇ ਤੂੰ ਸਰੀਰ ਕਿਉਂ ਹਿਲਾਇਆ ਸਾਡੇ ਪੁੱਛੇ ਤੋਂ ਬਿਨਾਂ। ਰਹੋ ਨਿਚਿੰਤ ਇਹਾਂ ਟਿਗ ਵੈਸੇ। ਇੱਥੇ ਬੈਠ ਆਰਾਮ ਨਾਲ, ਨਿਸ਼ਚਿੰਤ ਹੋ ਕੇ ਸਾਡੇ ਪਾਸ ਬੈਠ ਜਾ। ਇੰਦਰ ਸੈਨ ਤਬ ਬਚਨ ਉਚਾਰਾ। ਇੰਦਰ ਸੈਨ ਨੇ ਉਸ ਵਕਤ ਮਹਾਰਾਜ ਨਾਲ ਬਚਨ ਕੀਤਾ, ਇਹ ਪ੍ਰਭ ਸੁਨਹੁ ਮੁਕੰਦ ਉਧਾਰਾ। ਇਹ ਮੁਕਤੀ ਦੇ ਦਾਤੇ, ਖੁੱਲੇ ਦਿਲ ਵਾਲੇ, ਵੱਡੇ ਦਰਿਆ ਦਿਲ ਵਾਲੇ ਸਤਿਗੁਰੂ ਸੁਣੋ। ਉਪਤ ਮਾਤਲ ਲਾਗਤ ਹਮਰਾ। ਇਹ ਜਿਹੜਾ ਇੱਥੋਂ ਦਾ ਰਾਜਾ ਹੈ, ਇਹ ਮੇਰੇ ਮਾਮਾ ਲੱਗਦਾ ਹੈ।
ਭੇਦ ਨ ਜਾਣ ਸਕੈ ਸੋ ਤੁਮਰਾ। ਇਹ ਤੁਹਾਡਾ ਭੇਦ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਜਾਣ ਸਕੇਗਾ। ਆਇਸ ਦੀਜੈ ਤਿਹ ਸਮਝਾਓ। ਮੈਨੂੰ ਆਗਿਆ ਦਿਓ, ਮੈਂ ਜਾ ਕੇ ਰਾਜੇ ਨੂੰ ਸਮਝਾ ਦਿਆਂ। ਜਿਉ ਹਵੈ ਭਲਾ ਸੋ ਰੀਤ ਬਤਾਓ। ਜਿਵੇਂ ਭਲਾ ਹੋ ਜੇ ਉਹਦਾ ਵੀ ਉਹੀ ਰੀਤੀ ਉਹਨੂੰ ਜਾ ਕੇ ਦੱਸਾਂਗਾ। ਦੋਹਰਾ ਢੇਰ ਜਾਏ ਨਿਰਪਟੇਗਾ, ਗਇਓ ਮਿਲ ਆਸ ਬਚਨ ਉਚਾਰ। ਇੱਥੇ ਹੁਣ ਗੱਲ ਜਿਹੜੀ ਆ ਜਾਂਦੀ ਹੈ ਨਾ, ਮਹਾਰਾਜ ਨੇ ਉੱਠਣ ਨਹੀਂ ਦਿੱਤਾ ਸੀ ਉਹਨੂੰ, ਇਹ ਇਸ ਕਰਕੇ ਕਿ ਜਦੋਂ ਆਪਾਂ ਗੁਰੂ ਨੂੰ ਆਪਣਾ ਤਨ ਮਨ ਧਨ ਅਰਪਣ ਕਰ ਦਿੰਦੇ ਆ, ਫਿਰ ਆਪਾਂ ਸਤਿਗੁਰੂ ਦੇ ਪਿੱਛੇ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦੇ। ਸੋ ਜਿਵੇਂ ਆਪਾਂ ਆਪਣੀ ਚੀਜ਼ ਕਿਸੇ ਨੂੰ ਅਰਪਣ ਕਰ ਦਿੱਤੀ ਹੈ, ਭਾਵੇਂ ਪਹਿਲਾਂ ਉਹ ਆਪਣੇ ਕੋਲ ਸੀ, ਸੋ ਮਨ ਵਿੱਚ ਹੈ ਸਤਿਗੁਰ ਕੇ ਪਾਸ, ਇਹ ਵੇਚਤਾ ਤੇ ਸੇਵਕ ਕੇ ਕਾਰਜ ਰਾਸ। ਜਿਵੇਂ ਆਪਣੀ ਕੋਈ ਬਹੁਤ ਵੱਡੀ ਥਾਂ ਹੋਵੇ, ਉਹਦੇ 'ਚ ਦੁਕਾਨ, ਕੰਪਿਊਟਰ ਲੱਗੇ ਹੋਣ, ਸਮਾਨ ਪਿਆ ਹੋਵੇ, ਜਦੋਂ ਵੇਚ ਕੇ ਸਾਈਨ ਹੋ ਕੇ ਇੱਕ ਵਾਰ ਬਾਹਰ ਆ ਜੇ ਬੰਦਾ, ਉਹ ਅਗਲਾ ਜਿਹੜਾ ਮਾਲਕ ਹੈ ਉਹਨੂੰ ਪੁੱਛੇ ਬਿਨਾਂ ਹੁਣ ਆਪਾਂ ਉਹਦੇ ਹੱਥ ਨਹੀਂ ਲਾ ਸਕਦੇ ਚੀਜ਼ ਨੂੰ। ਕਿਉਂ ਜੀ, ਇੱਥੋਂ ਆਹ ਲੈ ਲਈ, ਕਹਿੰਦੇ ਬਸ ਕੰਮ ਖਤਮ ਹੈ ਮੇਰਾ। ਕਹਿੰਦੇ ਫੇਰ ਵੀ ਆਗਿਆ ਦਿਓ ਜੀ, ਹਾਂ ਪੁੱਛ ਕੇ ਲੈ ਸਕਦੇ ਹਾਂ। ਕੰਪਿਊਟਰ ਤੇ ਬਹਿ ਸਕਦੇ ਹਾਂ ਹੁਣ, ਜਿਹੜਾ ਪਹਿਲਾਂ ਮਾਲਕ ਸੀ ਉਸ ਦਾ, ਉਹ ਹੁਣ ਪੁੱਛ ਕੇ ਬਹਿੰਦਾ। ਇਸੇ ਤਰ੍ਹਾਂ ਹੀ ਜਦੋਂ ਆਪਾਂ ਸਿੱਖ ਜਿਹੜਾ ਹੁੰਦਾ ਉਹ ਸਤਿਗੁਰੂ ਨੂੰ ਜਦੋਂ ਆਪਣਾ ਪਹਿਲਾਂ ਤਾਂ ਧਨ ਦੌਲਤ ਸੰਪਤੀ ਘਰ ਭੇਟਾ ਕਰਤਾ, ਮਹਾਰਾਜ ਇਹ ਤੁਹਾਡਾ। ਹੁਣ ਜਦੋਂ ਆਪਾਂ ਗੁਰੂ ਨੂੰ ਆਪਣਾ ਘਰ ਭੇਟਾ ਕਰਤਾ, ਹੁਣ ਤੁਹਾਨੂੰ ਪਤਾ ਵੀ ਉਸ ਘਰ ਦੇ ਵਿੱਚ ਨਾ ਤਾਂ ਟੀਵੀ ਚੱਲ ਸਕਦਾ, ਨਾ ਉੱਥੇ ਆਪਾਂ ਕੋਈ ਗਲਤ ਕੰਮ ਕਰ ਸਕਦੇ ਹਾਂ, ਨਾ ਮਾੜਾ ਕੰਮ ਹੋ ਸਕਦਾ ਉੱਥੇ ਜਿਹੜਾ ਗੁਰਮਤਿ ਤੋਂ ਵਿਰੁੱਧ ਹੋਵੇ, ਕਿਉਂਕਿ ਆਪਾਂ ਨੇ ਆਪਣਾ ਘਰ ਗੁਰੂ ਨੂੰ ਦੇਤਾ, ਪਰ ਆਪਾਂ ਉਹ ਗੱਲ ਨੂੰ ਸਮਝਦੇ ਹੀ ਨਹੀਂ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਤਾਂ ਖੈਰ ਬਹੁਤ ਉੱਚੀ ਗੱਲ ਆ ਜਾਂਦੀ, ਇਹ ਤਾਂ ਕੋਈ ਸਿੱਖ ਸਮਝਦਾ ਇਸ ਗੱਲ ਨੂੰ, ਪਰ ਕਥਾ ਸੁਣਨ ਦਾ ਮਤਲਬ ਇਹ ਹੁੰਦਾ ਕਿ ਆਪਾਂ ਵੀ ਸਮਝ ਜਾਈਏ। ਜੇ ਆਪਾਂ ਕਹਿੰਦੇ ਆ ਕਿ ਇਹ ਘਰ ਮੇਰਾ ਜਿਹੜਾ ਇਹ ਗੁਰੂ ਦਾ ਹੈ, ਤੇ ਫਿਰ ਉੱਥੇ ਗੰਦੀਆਂ ਗੱਲਾਂ ਕਿਉਂ ਹੁੰਦੀਆਂ, ਇਹ ਧਿਆਨ ਦੇਣਾ। ਦੂਜੀ, ਜੇ ਮਹਾਰਾਜ ਨੂੰ ਆਪਣਾ ਸਰੀਰ ਦੇਤਾ, ਆਪਣਾ ਤਨ ਦੇਤਾ, ਹੁਣ ਆਪਾਂ ਉਹ ਸਰੀਰ ਦੀ ਵਰਤੋਂ ਵੀ ਪੁੱਛ ਕੇ ਕਰ ਸਕਦੇ ਹਾਂ ਮਹਾਰਾਜ ਨੂੰ। ਹੁਣ ਇਹਦੀ ਗਲਤ ਵਰਤੋਂ ਨਹੀਂ ਕਰ ਸਕਦੇ ਸਰੀਰ ਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਸਰੀਰ ਦੀ ਵਰਤੋਂ ਪੁੱਛ ਕੇ ਕਰ। ਕਕਾਰ ਪਾ ਲਏ, ਜਦੋਂ ਗੁਰੂ ਵਾਲਾ ਬਣ ਗਿਆ, ਗੁਰੂ ਨੂੰ ਅਰਪਣ ਕਰ ਦਿੱਤਾ, ਇਸ ਸਰੀਰ ਨਾਲ ਵੀ ਭਾਈ ਗਲਤ ਕੰਮ ਨਹੀਂ ਕਰਨਾ। ਇਹ ਗੁਰੂ ਨੂੰ ਅਰਪਣ ਕਰਤਾ, ਮਨ ਨਾਲ ਮਾੜਾ ਸੰਕਲਪ ਨਹੀਂ ਕਰਨਾ, ਕਿਉਂਕਿ ਮਨ ਗੁਰੂ ਦੇ ਹਵਾਲੇ ਕਰ ਦਿੱਤਾ। ਗੁਰੂ ਤੋਂ ਨਾਮਦਾਨ ਲੈ ਕੇ ਜਪਣਾ, ਕਿਉਂਕਿ ਆਪਾਂ ਮਹਾਰਾਜ ਨੇ ਜਿਵੇਂ ਬਚਨ ਕੀਤਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਹੁਣ ਆਪਾਂ ਹਿੱਲ ਨਹੀਂ ਸਕਦੇ ਉੱਥੋਂ, ਕਿਉਂ, ਜਦੋਂ ਆਪਾਂ ਉਹਨਾਂ ਦੇ ਅਧੀਨ ਹੋ ਚੁੱਕੇ ਹਾਂ। ਇਸ ਤਰ੍ਹਾਂ ਗੁਰੂ ਕੇ ਪਿਆਰੇ ਬੜੇ ਗੁਰਸਿੱਖ ਆਗਿਆਕਾਰੀ ਬਪਰਾ ਜੀਓ ਜਿਹੜੇ ਹੁੰਦੇ ਨੇ, ਉਹ ਗੁਰੂ ਦੀ ਆਗਿਆ ਚੱਲਦੇ ਹਨ। ਸਰਨ ਗਹੋ ਤਿਹ ਸੰਤ ਕੀ, ਲਖ ਸਰੂਪ ਕਰਤਾਰ। ਉਹ ਆਗਿਆ ਲੈ ਕੇ ਰਾਜੇ ਦੇ ਕੋਲ ਗਿਆ, ਰਾਜੇ ਨੂੰ ਮਿਲ ਕੇ ਬਚਨ ਕੀਤਾ ਕਿ ਜੋ ਆਏ ਨੇ ਨਾ ਰੱਬ ਦੇ ਪਿਆਰੇ ਕਰਤਾਰ ਸਰੂਪ ਸੰਤ ਮਹਾਤਮਾ ਗੁਰੂ ਨਾਨਕ ਦੇਵ ਜੀ, ਤੈਨੂੰ ਚਾਹੀਦਾ ਕਿ ਤੂੰ ਵੀ ਉਹਨਾਂ ਦੀ ਜਾ ਕੇ ਸ਼ਰਨ ਗ੍ਰਹਿਣ ਕਰ ਲਵੇਂ। ਜੋ ਪਈ ਊਨੇ ਭਰੇ ਭਰੇ ਕਰ ਊਨੇ। ਉਹ ਜਿਹੜੇ ਪਾਤਸ਼ਾਹ ਆਏ ਨੇ ਗੁਰੂ ਨਾਨਕ ਦੇਵ ਜੀ, ਉਹ ਊਣੇ ਜਿਹੜੇ ਖਾਲੀ ਹੁੰਦੇ ਉਹਨਾਂ ਨੂੰ ਭਰਨ ਵਾਲੇ ਹੈ, ਭਰਿਆਂ ਨੂੰ ਊਣੇ ਕਰਨ ਵਾਲੇ ਨੇ। ਊਨੇ ਭਰੇ ਭਰੇ ਸਖਨਾਵੈ, ਯਹ ਤਾਕੋ ਵਿਵਹਾਰੇ। ਉਜਰ ਵਸਾਏ ਵਸੇ ਕਰ ਸੁਨੈ। ਉਹ ਉਜੜਿਆ ਹੋਇਆਂ ਨੂੰ ਵਸਾਉਣ ਵਾਲੇ ਨੇ ਤੇ ਵਸਿਆ ਹੋਇਆਂ ਨੂੰ ਖਾਲੀ ਕਰ ਸਕਦੇ ਨੇ। ਜੇ ਇੱਕ ਵਾਕ ਕਰਤਾ ਉਹਨਾਂ ਨੇ, ਉਸੇ ਵਕਤ ਬੰਦਾ, ਜੇ ਉਹਨਾਂ ਦੀ ਮਿਹਰ ਹੋ ਜਾਏ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਜਿਵੇਂ ਪੰਜਵੇਂ ਪਾਤਸ਼ਾਹ ਨੇ ਲਿਖਿਆ, ਆਪਾਂ ਨਾਲ ਪ੍ਰਮਾਣ ਦਿੰਦੇ ਆ। ਪਰ ਜੇ ਉਹਨਾਂ ਦੀ ਨਦਰ ਪੱਠੀ ਜੇ ਕਰੇ, ਸੁਲਤਾਨਾ ਘਾਓ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਸਹੀ ਜਿਹੜੇ ਮਾਨਿਆਂ ਵਿੱਚ ਗੁਰਸਿੱਖ ਬਣਨਾ, ਫਿਰ ਗੁਰੂ ਦੀ ਆਗਿਆ ਲੈ ਕੇ ਚੱਲਣਾ। ਮਸਲਾ ਇਹ ਨਹੀਂ, ਇੱਥੋਂ ਦਾ ਮਸਲਾ ਨਹੀਂ ਹੈ।
ਵੀ ਅਸੀਂ ਪਦਾਰਥ ਲੈ ਲਏ ਗੁਰੂ ਤੋਂ, ਅਸੀਂ ਗੁਰੂ ਸਾਹਿਬ ਤੋਂ ਆਹ ਚੀਜ਼ਾਂ ਲੈ ਲਈਆਂ। ਮਸਲਾ ਤਾਂ ਹੈ ਪਰਲੋਕ ਦਾ, ਵੀ ਅਸੀਂ ਪਰਲੋਕ ਕਿਵੇਂ ਸਵਾਰਨਾ। ਸਿੱਖ ਸਿਆਣਾ ਉਹ ਹੁੰਦਾ ਜਿਹੜਾ ਪਰਲੋਕ ਸਵਾਰੇ। ਇੱਥੇ ਤਾਂ ਆਪਾਂ ਸਿਰਫ ਇੱਕ ਚੰਗੇ ਕੰਮ ਕਰਨੇ ਨੇ ਦੁਨੀਆ ਅੰਦਰ, ਮਾੜਾ ਕੰਮ ਨਹੀਂ ਕਰਨਾ, ਭਲਾ ਕਰਨਾ, ਕਿਸੇ ਨੂੰ ਦੁਖੀ ਨਹੀਂ ਕਰਨਾ। ਕਿਉਂ? ਕਿਹੜੀ ਗੱਲੋਂ? ਇਸ ਗੱਲੋਂ ਵੀ ਅੱਗੇ ਜਾ ਕੇ ਸਾਨੂੰ ਕੋਈ ਲੇਖਾ ਨਾ ਦੇਣਾ ਪਵੇ। ਭਗਤੀ ਕਰਨੀ, ਇੱਥੇ ਕੋਈ ਆਪਾਂ ਰਹਿਣ ਨਹੀਂ ਆਏ ਦੁਨੀਆ 'ਚ। ਆਪਾਂ ਸੋਚਦੇ ਆਪਾਂ ਰਹਿਣ ਆਏ ਆ। ਇੱਥੇ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤਨੀ ਦਰਸ਼ਨ ਪਾਇਆ। ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ, ਕੂੜਾ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਜਿਹੜੇ ਬੰਦਿਆਂ ਨੇ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਸਮਝ ਲਿਆ ਵੀ ਅਸੀਂ ਕੀ ਕਰਨ ਆਏ ਆ ਦੁਨੀਆ 'ਚ, ਆਪਾਂ ਕੋਈ ਇੱਥੇ ਉਹ ਨਹੀਂ ਕਰਨ ਆਏ, ਆਪਾਂ ਦੁਨੀਆ ਦੇ ਨਾਲ ਹੀ ਰਲ ਜਾਂਦੇ ਆ। ਜੋ ਦੁਨੀਆ ਕਰਦੀ ਹੈ ਜੀ, ਲੋਕ ਐਂ ਕਰਦੇ ਆ ਜੀ, ਲੋਕ ਆਹ ਖਾਂਦੇ, ਲੋਕ ਆਹ ਪਹਿਨਦੇ ਨੇ ਜੀ। ਦੇਖੋ ਜੀ ਦੁਨੀਆ ਤਾਂ ਹੁਣ ਅੱਗੇ 21ਵੀਂ ਸਦੀ ਚਲੀ ਗਈ ਆ। ਨਹੀਂ, ਆਪਾਂ ਨਹੀਂ ਜਾਣਾ। ਆਪਾਂ ਤਾਂ 1699 ਤੋਂ ਜੋ ਮਿਲਿਆ ਉਸੇ ਨੂੰ ਹੀ ਕਮਾਉਣਾ। ਆਪਾਂ ਤਾਂ ਉਹ 1708 ਤੱਕ ਜਿਹੜੀ ਮਰਿਆਦਾ ਪੂਰਨ ਕੀਤੀ ਹੈ, ਆਪਾਂ ਤਾਂ ਜਿਹੜੇ ਬਾਬਾ ਦੀਪ ਸਿੰਘ ਨੇ ਮਰਿਆਦਾ ਕਮਾਈ ਹੈ, ਜਬ ਲਾ ਖਾਲਸਾ ਰਹਿ ਨਿਆਰਾ। ਤੁਹਾਨੂੰ ਕਿਹਨੇ ਕਿਹਾ ਸੀ ਕਿ ਤੁਸੀਂ 21ਵੀਂ ਸਦੀ 'ਚ ਨੂੰ ਜਾਣਾ? 21ਵੀਂ ਸਦੀ ਦੇ ਵਿੱਚ ਸਾਇੰਸ ਨੇ ਵਾਧਾ ਕੀਤਾ, ਪਰ ਸਾਇੰਸ ਨੇ ਉਹ ਕੁਝ ਦਿੱਤਾ ਜਿਹਨੂੰ ਆਪਾਂ ਦੁਰਵਰਤੋਂ ਵੀ ਕੀਤੀ। 21ਵੀਂ ਸਦੀ ਕਹਿੰਦੇ ਆ ਗਈ ਜੀ, ਯੁੱਗ ਗਾਹਾਂ ਲੰਘ ਗਿਆ। ਕਿਹੜਾ ਗਾਹਾਂ ਲੰਘ ਗਿਆ? ਕੁਝ ਲੰਘਿਆ ਵੀ ਹੈ ਗਾਹਾਂ ਕਿ ਵੈਸੇ ਹੀ ਹੈ? ਖਾਣਾ ਬਦਲ ਗਿਆ, ਮਾੜੇ ਖਾਣੇ ਹੋ ਗਏ, ਮਾੜੇ ਦੇਖਣੇ ਹੋ ਗਏ, ਮਾੜੇ ਸੁਣਨੇ ਹੋ ਗਏ, ਔਰ ਸਾਡੀ ਜ਼ਿੰਦਗੀ ਬਰਬਾਦ ਹੋ ਰਹੀ। ਪਤਾ ਹੀ ਨਹੀਂ, ਵਾਸਤਾ ਨਹੀਂ ਕਿ ਗਾਹਾਂ ਲੰਘੂ ਹੋ ਗਏ ਆ। ਗਾਹਾਂ ਲੰਘਣ ਨੂੰ ਤਾਂ ਜਿੰਨਾ ਮਰਜ਼ੀ ਲੰਘ ਜਾਓ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੇ ਜਿਹੜੀ ਮਰਿਆਦਾ ਦੀ ਲਕੀਰ ਖਿੱਚੀ ਆ ਨਾ, ਉਹ ਤੋਂ ਗਾਹਾਂ ਨਹੀਂ ਲੰਘੀਦਾ ਹੁੰਦਾ। ਸੀਤਾ ਇੱਕ ਲਕੀਰ ਪਾਰ ਹੋਈ ਸੀ, ਰਾਵਣ ਚੁੱਕ ਕੇ ਹੀ ਲੈ ਗਿਆ ਸੀ, ਉਹਨੂੰ ਬੰਨ੍ਹ ਕੇ ਰੱਖਿਆ ਸੀ ਲਕਸ਼ਮਣ ਜੀ ਨੇ ਵੀ ਇੱਥੋਂ ਗਾਹਾਂ ਨਾ ਜਾਈ, ਉਹ ਫੇਰ ਪਾਰ ਹੋ ਗਈ। ਮਰਿਆਦਾ ਦੀ ਲੀਹ ਜਦੋਂ ਕੋਈ ਟੱਪਦਾ ਆ, ਰੇਲ ਜਾਂਦੀ ਆ, ਜੇ ਰੇਲ ਲਾਈਨ ਤੋਂ ਮਾੜੀ ਜੀ ਪਾਸੇ ਹੋਈ ਤੇ ਉਲਟ ਜਾਂਦੀ। ਇਸ ਕਰਕੇ ਸਮੁੰਦਰ ਆਪਣੀ ਮਰਿਆਦਾ 'ਚ, ਦਰਿਆ ਆਪਣੀ ਮਰਿਆਦਾ 'ਚ, ਧਰਤੀ ਆਪਣੀ ਮਰਿਆਦਾ 'ਚ, ਸੂਰਜ ਆਪਣੀ ਮਰਿਆਦਾ 'ਚ ਹੈ। ਇੱਥੋਂ ਤੱਕ ਵੀ ਜਾਨਵਰ ਤੇ ਦਰਖਤ ਤੇ ਕੁਦਰਤ ਵੀ ਮਰਿਆਦਾ ਵਿੱਚ। ਜੇ ਮਰਿਆਦਾ ਵਿੱਚ ਹੁਣ ਨਹੀਂ ਤਾਂ ਇੱਕ ਬੰਦਾ ਹੀ ਨਹੀਂ ਹੈ। ਇਸ ਕਰਕੇ ਬੰਦੇ ਨੂੰ ਚਾਹੀਦਾ ਕਿ ਉਹ ਮਰਿਆਦਾ ਵਿੱਚ ਆਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸਵੇਰੇ ਵੀ ਉਪਦੇਸ਼ ਕੀਤਾ ਸੀ, ਸੋ ਸਿੱਖ ਸਖਾ ਬੰਧ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਲਘੂ ਤੇ ਵਾਡਾ, ਵੱਡ ਤੇ ਲੁਗ ਛਿਨਮੈ। ਇਹ ਉਹ ਬਾਬੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਲਘੂ ਹੁੰਦਾ ਛੋਟਾ, ਛੋਟੇ ਤੋਂ ਵੱਡਾ, ਵੱਡੇ ਤੋਂ ਇੱਕਦਮ ਛੋਟਾ ਬਣਾ ਦਿੰਦੇ ਨੇ। ਬਸ ਨਜ਼ਰ ਹੋਣੀ ਚਾਹੀਦੀ ਹੈ। ਆਪਾਂ ਹੁਣ ਵੀ ਨਜ਼ਰ ਲੈ ਸਕਦੇ ਹਾਂ ਸਾਰੇ ਜਾਣੇ, ਆਪਾਂ ਕਿੰਨਾ ਭੱਜ ਦੌੜ ਕਰਦੇ ਹਾਂ, ਪਰ ਜੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਲੈ ਲਈਏ, ਜੇ ਕਿਰਪਾ ਦ੍ਰਿਸ਼ਟੀ ਲੈ ਲਈਏ, ਤਾਂ ਆਪਣੇ ਤੇ ਹੁਣੇ ਬਖਸ਼ਿਸ਼ ਹੋ ਸਕਦੀ ਹੈ। ਅਸ ਸਮਰੱਥਾ ਸਮਝਹਾ ਨਿਰਪ ਮਨ ਮੈਂ। ਇਸ ਤਰ੍ਹਾਂ ਰਾਜਨ ਤੂੰ ਆਪਣੇ ਮਨ ਦੇ ਅੰਦਰ ਗੁਰੂ ਨਾਨਕ ਸਾਹਿਬ ਨੂੰ ਜਾਣ ਲੈ। ਭੂਪ ਕਹੈ ਜਿਹ ਵਿਦ ਤੁਮ ਕਹੈ ਹਾ। ਰਾਜਾ ਕਹਿੰਦਾ ਵੀ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ, ਇਹ ਵਿਦ ਜਾਏ ਸਰਨ ਮੈਂ ਗਹਿ ਹਾਂ। ਉਸੇ ਤਰੀਕੇ ਨਾਲ ਜਾ ਕੇ ਮੈਂ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਗ੍ਰਹਿਣ ਕਰਾਂਗਾ। ਜੇ ਕੀ ਮਹਿਮਾ ਸੁਨ ਜਤ ਭਾਰੀ। ਜਿਨ੍ਹਾਂ ਦੀ ਮਹਿਮਾ ਜਿਹੜੀ ਹੈ ਬੜੀ ਭਾਰੀ ਸੁਣੀ ਜਾਂਦੀ ਹੈ। ਦਰਸ ਕਰਨ ਅਭਿਲਾਖ ਹਮਾਰੀ। ਦਰਸ਼ਨ ਕਰਨ ਦੀ ਅਭਿਲਾਖਾ ਬਹੁਤ ਹੈ ਸਾਡੀ। ਇੰਦਰਸਾਨ ਕਹੈ ਭੇਟਾ ਲੀਜੈ। ਇੰਦਰਸੈਨ ਕਹਿਣ ਲੱਗਿਆ ਫਿਰ ਖਾਲੀ ਹੱਥ ਨਹੀਂ ਜਾਈਦਾ, ਵੱਡਿਆਂ ਕੋਲੇ ਆ ਭੇਟਾ ਨਾਲ ਲੈ ਕੇ ਜਾਇਓ। ਆਪਣਾ ਆਪ ਨਿਵਾਰਨ ਕੀਜੈ। ਇੱਕ ਮੈਂ ਤੁਹਾਨੂੰ ਦੱਸਾਂ, ਉਹਨਾਂ ਕੋਲ ਜੇ ਜਾਣਾ, ਜੋੜਾ ਲਾ ਕੇ ਜਾਣਾ ਤੇ ਆਪਣਾ ਆਪ ਛੱਡ ਕੇ। ਇਹ ਨਹੀਂ ਮੈਂ ਰਾਜਾ, ਆ ਰਾਜਿਆਂ ਵਾਲੇ ਬਾਹਲੇ ਮਹਿੰਗੇ ਜੇ ਕੱਪੜੇ ਪਾ ਕੇ ਦਿਖਾਵਾ ਜਾਂ ਨਹੀਂ ਕਰਨਾ ਉੱਥੇ, ਤੇ ਨਾ ਹੀ ਇੰਨਾ ਐ ਲਓ ਲਸ਼ਕਰ ਲੈ ਕੇ ਜਾਣਾ,
ਪਾਲਕੀ 'ਚ ਘੋੜੇ 'ਚ ਨਹੀਂ ਜਾਣਾ। ਸ਼ਰਧਾ ਨਾਲ ਭੇਟਾ ਵਾਲੀ ਥਾਲੀ ਹੱਥ 'ਚ ਫੜ ਕੇ ਐ ਪੈਦਲ ਆਰਾਮ ਨਾਲ ਜਾ ਕੇ ਨਿਮਾਣਤਾ ਨਾਲ ਨਿਮਰਤਾ ਨਾਲ ਫੇਰ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਜਾ ਕੇ। ਸੁਫਲ ਮਦਰ ਅਸਨ ਧਰ ਆਗੇ, ਚੰਗੇ ਚੰਗੇ ਮਿੱਠੇ ਫਲ ਅਤੇ ਵਸਤਰ ਅੱਗੇ ਰੱਖ ਲਿਜਾ ਕੇ। ਕਰਹੁ ਡੰਡੌਤ ਚਰਨ ਜੁਗ ਲਾਗੇ, ਡੰਡੌਤ ਬੰਦਨਾ ਕਰਨੀ ਹੈ ਤੈਨੂੰ ਮੈਂ ਪਹਿਲਾਂ ਦੱਸ ਦਿਆਂ, ਤੇ ਦੋਨਾਂ ਚਰਨਾਂ ਨਾਲ ਮੱਥਾ ਲਾਉਣਾ ਹੈ। ਬਸ ਜਾ ਕੇ ਲੰਮਾ ਹੀ ਪੈ ਜਾਈਂ ਚਰਨਾਂ ਤੇ, ਫੇਰ ਤੁਹਾਡਾ ਭਲਾ ਹੋਣਾ। ਮਾਨੀ ਸਿੱਖ ਸੁਸਾ ਕੇ ਸੁਤ ਕੇ, ਇਸ ਤਰ੍ਹਾਂ ਉਸ ਵਕਤ ਸਿੱਖਿਆ ਜਿਹੜੀ ਸੀ ਮੰਨਣਾ ਕੀਤੀ। ਆਪਣੀ ਜੋ ਉਹਨਾਂ ਰਾਜੇ ਦੀ ਭੈਣ ਸੀ, ਉਹਨਾਂ ਦਾ ਇਹ ਪੁੱਤਰ ਸੀ, ਭਾਣਜਾ ਸੀ। ਲਖੀ ਹਿਰਦੈ ਭਾਗਤ ਮਮ ਹਿਤ ਕੇ, ਸੋ ਜਾਣ ਲਈ ਮਨ ਦੇ ਅੰਦਰ ਗੱਲ ਕਿ ਮੇਰਾ ਭਾਣਜਾ ਮੈਨੂੰ ਗਲਤ ਸਿੱਖਿਆ ਨਹੀਂ ਦੇ ਰਿਹਾ, ਇਹ ਮੇਰੇ ਭਲੇ ਦੀ ਗੱਲ ਕਰਦਾ ਹੈ। ਸੁਨ ਭੇਟਾ ਲੇਕਰ ਸੋ ਆਵਾ, ਸੁਣ ਕਰਕੇ ਭੇਟਾ ਲੈ ਕਰਕੇ ਰਾਜਾ ਆਇਆ ਹੈ। ਇੰਦਰ ਸੈਨ ਜਿਹ ਸੰਗ ਸੁਹਾਵਾ, ਇੰਦਰ ਸੈਨ ਜਿਹਨਾਂ ਦੇ ਨਾਲ ਚੱਲ ਕੇ ਆਇਆ ਹੈ। ਦੋਹਰਾ ਪਗ ਨੰਗੇ ਮਨ ਦੀਨ, ਹਵੈ ਪ੍ਰੇਮ ਸੰਗ ਤਿਹ ਆਨ। ਨੰਗੇ ਚਰਨੀ ਆ ਕੇ ਦੀਨ ਹੋ ਕੇ ਬਹੁਤ ਹੀ ਪ੍ਰੇਮ ਦੇ ਨਾਲ ਚੱਲ ਕੇ ਆਇਆ ਹੈ। ਕਰ ਬੰਦੇ ਬੰਧਨ ਕਰੀ, ਧਰ ਪਰ ਦੰਦ ਸਮਾਨ। ਹੁਣ ਇਸ ਤਰ੍ਹਾਂ ਕੀਤਾ ਕਿ ਆ ਕੇ ਲੰਮੇ ਪੈ ਕਰਕੇ ਡੰਡੇ ਵੱਤ ਬੜੇ ਪਿਆਰ ਨਾਲ ਮਹਾਰਾਜ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਰੱਖ ਕੇ ਮੱਥਾ ਟੇਕਿਆ ਹੈ। ਚੌਪਈ ਕਰ ਅਸ਼ਟਾਂਗ ਚਰਨ ਅਨੁਰਾਗਾ, ਅਸ਼ਟਾਂਗ ਕੀਤੀ ਹੈ, 8 ਅੰਗ ਆਪਣੇ ਲਾਉਣੇ, ਮਸਤਕ ਲਾਉਣਾ, ਕੂਹਣੀਆਂ ਲਾਉਣੀਆਂ, ਗੋਡੇ ਆਦਿਕ ਲਾਉਣੇ, ਆਪਣੇ ਪੈਰ ਬਿਲਕੁਲ ਲੰਮਾ ਪੈ ਕੇ ਇਸ ਤਰ੍ਹਾਂ ਧਰਤੀ ਦੇ ਉੱਤੇ ਮੱਥਾ ਟੇਕਿਆ ਹੈ। ਪਰਿਓ ਰਹਿਓ ਉਠਤ ਨਾ ਵਡ ਭਾਗਾ, ਐਡੇ ਭਾਗ ਜਾਗ ਪਏ ਵੀ ਵੱਡਿਆਂ ਭਾਗਾਂ ਵਾਲਾ ਉੱਠਿਆ ਹੀ ਨਹੀਂ, ਮੱਥਾ ਟੇਕ ਕੇ ਲੰਮਾ ਹੀ ਪੈ ਗਿਆ ਉੱਥੇ। ਪਿਖ ਗੁਰ ਦਈ ਪੀਠ ਪਰ ਥਾਪੀ, ਮਹਾਰਾਜ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਫਿਰ ਨਾ ਇਹਦੀ ਪਿੱਠ ਦੇ ਉੱਤੇ ਥਾਪੀ ਦੇ ਦਿੱਤੀ। ਉਠੋ ਭੂਪ ਅਤ ਭਾ ਪ੍ਰਤਾਪੀ, ਉੱਠ ਬਈ ਰਾਜਨ, ਤੇਰਾ ਪ੍ਰਤਾਪ ਬਹੁਤ ਵੱਧ ਗਿਆ ਹੈ। ਤੂੰ ਗੁਰੂ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ। ਨਿਰਪਤ ਸਤਾਰ ਹੈ ਤੋਹੇ ਸਮੀਪਾ, ਤੇਰੇ ਦੁਆਲੇ ਦੁਆਲੇ 17 ਰਾਜੇ ਹਨ। ਸਭ ਕੈ ਭਇਓ ਤੁਹੀ ਅਵਨੀਪਾ, ਲਓ ਅੱਜ ਤੋਂ ਤੂੰ 17 ਰਾਜਿਆਂ ਦਾ ਰਾਜਾ ਬਣ ਗਿਆ, ਸਭ ਤੈਨੂੰ ਮੰਨਣਗੇ ਹੁਣ। ਆਨ ਕਰਹਿਗੇ ਤਬ ਪਦ ਬੰਦਨ, ਆ ਕੇ ਉਹ ਤੇਰੇ ਚਰਨਾਂ ਤੇ ਰਾਜੇ ਮੱਥਾ ਟੇਕਿਆ ਕਰਨਗੇ, ਤੈਨੂੰ ਇੰਨਾ ਵੱਡਾ ਬਣਾਤਾ। ਦੇਖੋ ਬਈ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਮੱਥਾ ਟੇਕਿਆ, ਉਹ ਗੁਰਾਂ ਨੇ ਉਹਨਾਂ ਨੂੰ ਤਾਂ ਰਾਜਿਆਂ ਦਾ ਰਾਜਾ ਬਣਾਤਾ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੋ ਪਿਆਰ ਨਾਲ। ਮੱਥਾ ਟੇਕਣ ਵਿੱਚ ਹੀ ਫਰਕ ਹੁੰਦਾ। ਬਸ ਜੇ ਮੱਥਾ ਟੇਕਣਾ ਸਿੱਖ ਜਾਈਏ ਆਪਾਂ, ਹੋਰ ਫਿਰ ਭਗਤੀ ਦੀ ਲੋੜ ਵੀ ਨਹੀਂ ਪੈਂਦੀ। ਕਈ ਵਾਰੀ ਮੱਥਾ ਹੀ ਤਰੀਕੇ ਨਾਲ ਟੇਕੋ, ਇੰਨੇ ਢੰਗ ਨਾਲ ਮੱਥਾ ਸੋਹਣਾ ਟੇਕੋ ਕਿ ਮਹਾਰਾਜ ਪ੍ਰਸੰਨ ਹੋ ਜਾਣ ਸਾਡੇ ਤੇ। ਸਤਿਗੁਰੂ ਵੈਸੇ ਤਾਂ ਨਵਦਾ ਭਗਤੀ ਹੈ। ਸੋ ਸ਼ਰਵਣ ਸਿਮਰਨ ਕੀਰਤਨ ਪਾਦ ਸੇਵਰ ਚਾਨ, ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। 9 ਪ੍ਰਕਾਰ ਦੀ ਭਗਤੀ ਹੈ। ਵੈਸੇ ਇਹਨਾਂ ਵਿੱਚ ਸਾਰੀਆਂ ਭਗਤੀਆਂ ਆ ਜਾਂਦੀਆਂ ਨੇ ਵੀ ਕਥਾ ਹੀ ਧਿਆਨ ਨਾਲ ਸੁਣ ਲਓ ਨਾ, ਕੀਰਤਨ ਨੂੰ ਬਾਣੀ ਨੂੰ ਧਿਆਨ ਨਾਲ ਸੁਣ ਲਓ। ਇਹ ਪਹਿਲੀ ਭਗਤੀ ਸ਼ਰਵਣ ਸਿਮਰਨ। ਫਿਰ ਸਿਮਰਨ ਹੀ ਬਹਿ ਕੇ ਕਰ ਲਓ, ਨਹੀਂ ਤਾਂ ਚਲੋ ਦੋਨੋਂ ਹੀ ਕਰ ਲੈਂਦੇ ਆ। ਕਥਾ ਸੁਣੀ ਜਾਓ, ਮੂੰਹ ਵਿੱਚ ਸਿਮਰਨ ਕਰੀ ਜਾਓ, 2 ਹੋ ਗਈਆਂ। ਅਗਲੀ ਤੀਸਰੀ ਭਗਤੀ ਕੀਰਤਨ ਕਰਨਾ। ਜੇ ਕੋਈ ਬੰਦਾ ਜੁੜ ਕੇ ਚਿੱਤ ਜੋੜ ਕੇ ਨਿਰਛਿਤ ਹੋ ਕੇ ਕੀਰਤਨ ਕਰਦਾ, ਉਹ ਵੀ ਭਗਤੀ ਹੈ। ਰੱਬ ਆਪ ਕੋਲ ਖੜ ਜਾਂਦਾ ਆ ਕੇ। ਸੋ ਜਿਵੇਂ ਛੋਟੀ ਜੀ ਗੱਲ ਆ ਜਾਂਦੀ ਵਿੱਚ ਇੱਕ ਯਾਦ। ਸੋ ਤਾਨਸੈਨ ਜਾਂਦਾ ਸੀ ਅਕਬਰ ਕੋਲੇ ਸੁਣਾਉਣ ਰਾਗ ਵਿਦਿਆ। ਇੱਕ ਦਿਨ ਅਕਬਰ ਕਹਿੰਦਾ ਵੀ ਤਾਨਸੈਨ, ਜਦੋਂ ਤੂੰ ਵਿਦਿਆ ਇਹ ਗਾਇਨ ਕਰਦਾ ਰਾਗ ਦੀ, ਬਈ ਬਹੁਤ ਹੀ ਸੋਹਣੀ, ਪਰ ਤੇਰਾ ਇਉਂ ਦੱਸ ਵੀ ਉਸਤਾਦ ਕੌਣ ਹੈ? ਮੈਂ ਉਹਨੂੰ ਦੇਖਣਾ ਚਾਹੁੰਦਾ। ਕਹਿੰਦੇ ਜੀ ਮੇਰਾ ਉਸਤਾਦ ਕਿਸੇ ਦੇ ਸਾਹਮਣੇ ਨਹੀਂ ਗਾਉਂਦਾ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਸਿਰਫ ਰੱਬ ਦੀ ਬੰਦਗੀ ਕਰਦਾ। ਜੇ ਉਹ ਕੀਰਤਨ ਵੀ ਕਰਦਾ ਤਾਂ ਰੱਬ ਵਾਸਤੇ ਹੀ ਕਰਦਾ, ਦੂਜੇ ਬੰਦੇ ਨੂੰ ਨਹੀਂ ਸੁਣਾਉਂਦਾ। ਕਹਿੰਦੇ ਮੈਨੂੰ ਮਿਲਾ ਤਾਂ ਸਹੀ। ਕਹਿੰਦੇ ਚਲੋ ਰਾਤ ਨੂੰ ਭੇਸ ਵਟਾ ਕੇ ਉਹਦੀ ਕੁਟੀਆ ਦੇ ਪਿੱਛੇ ਜਾ ਕੇ ਬਹਿ ਗਏ। ਜਦੋਂ ਉਹਦੇ ਗੁਰੂ ਨੇ ਆਲਾਪ ਲਾਇਆ ਤੜਕੇ 2:30 ਵਜੇ 3 ਵਜੇ ਹੋਣਾ, ਤਾਂ ਉਸ ਵਕਤ
ਉਹਨੇ ਪਰਮੇਸ਼ਰ ਦੀ ਬੰਦਗੀ ਦਾ ਜਦੋਂ ਗਾਇਨ ਕੀਤਾ ਰਾਗ ਵਿਦਿਆ 'ਚ, ਅਕਬਰ ਦੀ ਵੀ ਬਿਰਤੀ ਜੁੜ ਗਈ ਉੱਥੇ ਹੀ। ਸਵੇਰ ਹੁੰਦਿਆਂ ਕਾਂ ਚਿੜੀਆਂ ਬੋਲੇ। ਤਾਨਸੈਨ ਕਹਿੰਦਾ ਉੱਠੋ ਰਾਜਾ ਜੀ, ਦਿਨ ਚੜ੍ਹ ਗਿਆ, ਲੋਕ ਹੀ ਦੇਖ ਲੈਣਗੇ ਆਪਾਂ ਨੂੰ। ਫਟਾਫਟ ਘੋੜਿਆਂ ਤੇ ਚੜ੍ਹ ਕੇ ਵਾਪਸ ਆ ਗਏ। ਅਕਬਰ ਕਹਿਣ ਲੱਗਿਆ, ਉਹ ਤਾਨਸੈਨ ਤੂੰ ਤਾਂ ਕੁਝ ਵੀ ਨਹੀਂ ਹੈਗਾ, ਤੇਰਾ ਗੁਰੂ ਤਾਂ ਬਹੁਤ ਰਸਦਾਇਕ ਗਾਉਂਦਾ, ਮੈਂ ਤਾਂ ਤੈਨੂੰ ਹੀ ਬੜਾ ਵੱਡਾ ਸਮਝਦਾ ਸੀ। ਕੀ ਕਾਰਨ ਹੈ? ਤੇਰੇ ਵਿੱਚ ਉਹਨਾਂ ਰਸ ਕਿਉਂ ਨਹੀਂ? ਤੇਰੇ ਗੁਰੂ 'ਚ ਇੰਨਾ ਰਸ ਕਿਉਂ ਆ? ਤਾਨਸੈਨ ਹੱਥ ਜੋੜ ਕੇ ਖੜ ਗਿਆ, ਕਹਿੰਦਾ ਬਾਦਸ਼ਾਹ ਸਲਾਮਤ, ਗੁੱਸਾ ਨਾ ਕਰਿਓ, ਨਾਰਾਜ਼ ਨਾ ਹੋਇਓ। ਮੈਂ ਗਾਉਣਾ ਤੁਹਾਨੂੰ ਖੁਸ਼ ਕਰਨ ਲਈ। ਮੈਂ ਇਸ ਕਰਕੇ ਗਾਉਣਾ ਵੀ ਤੁਸੀਂ ਮੈਨੂੰ ਅੱਜ ਹੱਥ ਵਾਲੀ ਛਾਂਪ ਦੇ ਦਿਓਗੇ, ਕਦੇ ਮੈਨੂੰ ਸੋਨੇ ਦਾ ਹਾਰ ਦੇ ਦਿਓਗੇ, ਕਦੇ ਆਪਣੇ ਕੀਮਤੀ ਬਸਤਰ ਦੇ ਦਿਓਗੇ, ਕਦੇ ਤੁਸੀਂ ਖੁਸ਼ ਹੋ ਕੇ ਬਾਹਲੇ ਖੁਸ਼ ਹੁੰਦੇ ਹੋ, 2 ਪਿੰਡ ਮੇਰੇ ਨਾਂ ਲਾ ਦਿੰਦੇ ਹੋ। ਇਹ ਮੈਂ ਲਾਲਚ ਨੂੰ ਕਰਦਾ, ਪੈਸੇ ਵਾਸਤੇ। ਮੇਰਾ ਗੁਰੂ ਰੱਬ ਨੂੰ ਸੁਣਾਉਂਦਾ, ਉਹ ਨਿਰਇਛਿਤ ਹੋ ਕੇ ਰੱਬ ਦੀ ਬੰਦਗੀ ਰੂਪ ਕੀਰਤਨ ਕਰਦਾ, ਇਸ ਕਰਕੇ ਉਹਦੀ ਆਵਾਜ਼ ਵਿੱਚ ਰਸ ਹੈ। ਕਦੇ ਕੀਰਤਨ ਕਰਨਾ ਪੈਸਿਆਂ ਲਈ ਜੇ ਤਾਂ ਫਿਰ ਉਹ 'ਚ ਰਸ ਨਹੀਂ ਪੈਂਦਾ। ਪੈਸਿਆਂ ਦਾ ਧਿਆਨ ਛੱਡ ਕੇ ਕੀਰਤਨ ਕਰੀਏ, ਜੇ ਬੰਦਗੀ ਜਾਣ ਕੇ ਕੀਰਤਨ ਕਰੀਏ ਤਾਂ ਇਹ ਬੰਦਗੀ ਬਣ ਜਾਂਦੀ। ਸ਼ਰਵਣ ਸਿਮਰਨ ਕੀਰਤਨ ਪਾਦ ਸੇਵ। ਪਾਦ ਹੁੰਦੇ ਚਰਨ, ਚਰਨਾਂ ਦੀ ਸੇਵਾ ਕਰਨੀ, ਜਿਵੇਂ ਸਾਰੀ ਸਾਰੀ ਰਾਤ ਗੁਰੂ ਅਮਰਦਾਸ ਜੀ ਨੇ ਕੀਤੀ ਹੈ, ਗੁਰੂ ਅੰਗਦ ਦੇਵ ਜੀ ਨੇ ਕੀਤੀ ਹੈ, ਬਹੁਤ ਸੇਵਾ ਕੀਤੀ। ਵੱਡਿਆਂ ਦੀ ਸੇਵਾ ਚਰਨਾਂ ਵਿੱਚ ਹਾਜ਼ਰ ਰਹਿ ਕੇ ਕਰਨੀ। ਇਸੇ ਪ੍ਰਕਾਰ ਅਰਚਨਾ ਕਰਨੀ, ਛਿੱਟੇ ਆਦਿਕ ਦੇਣੇ, ਚੰਦਨ ਛਿੜਕਣਾ, ਹੋਰ ਛਿੜਕਾਓ ਆਦਿਕ ਕਰਨਾ, ਦਾਸਾ ਭਾਵ ਧਾਰਨਾ, ਦਾਸ ਬਣ ਕੇ ਕੋਲ ਰਹਿਣਾ। ਗੁਰੂ ਅੰਗਦ ਦੇਵ ਮਹਾਰਾਜ ਦਾਸਾ ਭਾਵ ਧਾਰ ਕੇ ਰਹੇ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਇਸੇ ਤਰ੍ਹਾਂ ਹੀ ਮਹਾਰਾਜ ਦੇ ਕੋਲ ਬਾਬਾ ਬੁੱਢਾ ਜੀ ਦਾਸਾ ਭਾਵ ਧਾਰ ਕੇ ਰਹੇ। ਹੋਰ ਬਹੁਤ ਬੇਅੰਤ ਪਿਛਲੇ ਸਮੇਂ 'ਚ। ਸੋ ਵੱਡੀ ਭਗਤੀ ਹਨੂਮਾਨ ਜੀ ਦੀ ਸੀ, ਉਹਨਾਂ ਰਾਮਚੰਦਰ ਦਾ ਦਾਸਾ ਭਾਵ ਧਾਰਿਆ, ਉਹ ਦਾਸ ਸਨ। ਇਸੇ ਕਰਕੇ ਦਾਸਾ ਭਾਵ ਨਾਲ ਹੀ ਉਹਨਾਂ ਦੇ ਰੋਮ ਰੋਮ ਵਿੱਚ ਸਿਮਰਨ ਚੱਲਦਾ ਸੀ। ਇਹ ਚੀਜ਼ਾਂ ਹੁੰਦੀਆਂ ਦਾਸਾ ਭਾਵ ਧਾਰਨਾ। ਦਾਸਾ ਸਖਪਨ, ਸਖਪਨ ਹੁੰਦਾ ਜਿਵੇਂ ਸੁਦਾਮਾ ਤੇ ਕ੍ਰਿਸ਼ਨ ਜੀ ਦਾ ਆਪਸ ਵਿੱਚ ਪਿਆਰ ਸੀ ਬਚਪਨ ਤੋਂ ਲੈ ਕੇ, ਇਹ ਸਖਪਨ ਹੁੰਦਾ, ਸਖਾਪੁਣਾ। ਬੰਦਨਾ ਹੁੰਦਾ ਮੱਥਾ ਟੇਕਣਾ, ਜਿਵੇਂ ਮੱਥਾ ਟੇਕਣਾ ਰਾਜੇ ਨੇ ਕੀਤਾ, ਇਹ ਬੰਦਨਾ ਆਈ ਹੈ। ਮੱਥਾ ਹੀ ਇੰਨੇ ਪਿਆਰ ਨਾਲ ਟੇਕਿਆ, 17 ਰਾਜਿਆਂ ਦਾ ਰਾਜਾ ਬਣ ਗਿਆ ਇੱਕ ਛਿਨ ਵਿੱਚ ਹੀ। ਇਸ ਕਰਕੇ ਆਪਾਂ ਜੇ ਮੱਥਾ ਵੀ ਟੇਕਣਾ, ਘੜੀ ਲਾਓ ਮੱਥਾ ਟੇਕਣ ਵਿੱਚ, ਐਵੇਂ ਨਹੀਂ ਵੀ ਉੱਠ ਕੇ ਭੱਜ ਲੈ, ਮੱਥਾ ਟੇਕ ਕੇ ਦੌੜ ਹੀ ਲੈਂਦੇ ਆ, ਐ ਥੋੜੀ ਮੱਥਾ ਟੇਕੀਦਾ। ਮੱਥਾ ਟੇਕਦੇ ਹੋਏ ਪੜੋ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇੱਕ ਫਿਰ ਪੜੋ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮੱਥਾ ਟੇਕੋ, ਹਾਓ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਮੱਥਾ ਟੇਕਣ ਵਿੱਚ ਟਾਈਮ ਲਾਓ। ਫਿਰ ਇਹ ਨਹੀਂ ਕਿ ਵੈਸੇ ਹੀ ਮੱਥਾ ਰੱਖੀ ਰੱਖੋ, ਪਰ ਬਹੁਤ ਪਿਆਰ ਨਾਲ ਮੱਥਾ ਟੇਕ ਕੇ ਸੱਚਮੁੱਚ ਜਾਣੋ ਸਾਹਮਣੇ ਬੈਠੇ ਨੇ ਪਾਤਸ਼ਾਹ, ਹੱਥ ਜੋੜ ਕੇ ਖੜੇ ਹੋ ਕੇ ਜੀ ਭਰ ਕੇ ਦਰਸ਼ਨ ਕਰੋ। ਮੈਂ ਦਰਸ਼ਨ ਕਰਕੇ ਚੰਗੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਫਿਰ ਉਦੋਂ ਬਾਅਦ ਆਪਣੀ ਅੱਖਾਂ 'ਚ ਦਰਸ਼ਨ ਵਸਾ ਲਓ। ਸੋ ਗੁਰ ਕੀ ਮੂਰਤ ਮਨ ਮੈਂ ਧਿਆਨ ਕਰ ਲਓ। ਸੋ ਇਸ ਤਰ੍ਹਾਂ ਮਹਾਰਾਜ ਦਾ ਧਿਆਨ ਧਰਦੇ ਹੋਏ ਵਾਹਿਗੁਰੂ ਵਾਹਿਗੁਰੂ ਕਰਕੇ ਮੈਂ ਧੰਨ ਹੋ ਗਿਆ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਕੁਝ ਦਰਸ਼ਨਾਂ ਦੇ ਵੀ ਕਾਨੂੰਨ ਹੁੰਦੇ ਨੇ, ਅਸੂਲ ਹੁੰਦੇ ਹਨ। ਜਿਵੇਂ ਰਾਜੇ ਨੇ ਦਰਸ਼ਨ ਕੀਤੇ ਨੇ, ਭੇਟਾ ਲੈ ਕੇ ਆਇਆ ਹੈ, ਕਿਉਂਕਿ ਪਹਿਲਾਂ ਦੱਸਣ ਵਾਲੇ ਉਸਤਾਦ ਨੇ ਦੱਸਤਾ, ਭਾਣਜੇ ਨੇ ਉਸਤਾਦਗਿਰੀ ਕਰ ਲਈ, ਕਹਿੰਦਾ ਖਾਲੀ ਹੱਥ ਨਾ ਜਾਇਓ, ਨੰਗੇ ਚਰਨੀ ਜਾਇਓ, ਰਾਜਾ ਬਣ ਕੇ ਨਾ ਜਾਇਓ, ਆਪਣਾ ਆਪ ਨਿਵਿਰਤ ਕਰਕੇ ਜਾਇਓ। ਇਸ ਤਰ੍ਹਾਂ ਦੱਸਣ ਦਾ ਤਰੀਕਾ ਹੁੰਦਾ। ਤਾਈਓ ਆਪਾਂ ਕਥਾ ਸੁਣਦੇ ਹਾਂ। ਕਥਾ ਮਾਤਾ ਹੈ। ਮਾਂ ਜਿਵੇਂ ਬੱਚੇ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੱਸਦੀ ਰਹਿੰਦੀ ਹੈ, ਇਸੇ ਕਰਕੇ ਮਾਂ ਦੀ ਮਹਾਨਤਾ ਜ਼ਿਆਦੇ। ਇਸੇ ਤਰ੍ਹਾਂ ਕਥਾ ਵੀ ਮਾਤਾ ਹੈ। ਕਥਾ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਦੱਸਦੀ ਹੈ, ਤੇ ਕੀਰਤਨ ਵਿੱਚ ਆਪਾਂ ਸ਼ਬਦ ਦਾ ਆਨੰਦ ਮਾਣਦੇ ਹਾਂ, ਪਰ ਕਥਾ ਪਹਿਲਾਂ ਸੁਣਨੀ ਚਾਹੀਦੀ। ਇਹ ਨਾਲ ਸਿੱਖ ਜਾਂਦਾ ਬੰਦਾ, ਕਹਿਣੀ ਬਹਿਣੀ ਰਹਿਣੀ ਸਹਿਣੀ, ਬੈਠਣਾ ਉੱਠਣਾ ਬੋਲਣਾ ਚੱਲਣਾ, ਮੱਥਾ ਕਿਵੇਂ ਟੇਕਣਾ, ਆਉਣਾ ਕਿਵੇਂ ਜਾਣਾ ਕਿਵੇਂ ਹੈ। ਜੇ ਨਾ ਆਏ ਚੜ ਕਰੋ ਨਿਕੰਦਨ। ਸੋ ਇਸ ਤਰੀਕੇ ਨਾਲ
ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਬਣਾ ਦਿੱਤਾ ਉਹਨੂੰ ਰਾਜਾ ਬਣਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਨਾ ਆਏ ਚੜ੍ਹ ਕਰੋ ਨਿਕੰਦਨ, ਜੇ ਨਾ ਆਉਣਗੇ ਚੜ੍ਹ ਕਰਕੇ ਫਿਰ ਇਸ ਤਰੀਕੇ ਨਾਲ ਉਹਨਾਂ ਨੂੰ ਜਾ ਕਰਕੇ ਕੱਟਣਾ ਕਰੋ। ਪ੍ਰੇਮ ਅਦਕ ਜਬ ਤਿਹ ਕਾ ਦੇਖਾ, ਜਦੋਂ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੇਮ ਦੇਖਿਆ, ਦੀਨੋ ਬਰ ਹਵੈ ਰਾਜ ਬਸੇਖਾ। ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡਾ ਤੇਰਾ ਰਾਜ ਹੋਵੇ ਵਰ ਦਿੱਤਾ ਹੈ। ਸੁਦਰ ਸੈਨ ਸੁਨ ਕਰ ਹਰ ਖਾਨਾ, ਸੁਦਰ ਸੈਨ ਰਾਜਾ ਸੁਣ ਕੇ ਬਹੁਤ ਪ੍ਰਸੰਨ ਹੋਇਆ। ਸ੍ਰੀ ਕਰਤਾਰ ਸਮਾਨ ਪਛਾਨਾ, ਸ੍ਰੀ ਕਰਤਾਰ ਜੀ ਦੇ ਬਰਾਬਰ ਗੁਰੂ ਨਾਨਕ ਦੇਵ ਜੀ ਨੂੰ ਜਾਣਿਆ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਐਵੇਂ ਨਹੀਂ ਉਹਨੂੰ ਦੇਤਾ ਰਾਜ। ਜੇ ਮੂਰਖ ਟੋਲਾ ਜਿਹਾ ਹੁੰਦਾ ਫੇਰ ਨਹੀਂ ਸੀ ਕਹਿਣਾ ਉਹਨੂੰ, ਫਿਰ ਉਹ ਤਾਂ ਮੱਥਾ ਵੀ ਨਹੀਂ ਸੀ ਟੇਕਣਾ ਚੱਜ ਨਾਲ ਉਹਨੇ। ਇਹ ਬਖਸ਼ਿਸ਼ ਹੀ ਤਾਈਓ ਲਈ ਕਿਉਂਕਿ ਰਾਜਾ ਪ੍ਰਤਾਪੀ ਬੜਾ ਸੀ, ਧਰਮਾਤਮਾ ਬੜਾ ਸੀ। ਜਿਹੜਾ ਰਾਜਾ ਪਰਜਾ ਦਾ ਪੂਰਾ ਖਿਆਲ ਰੱਖਦਾ ਹੋਵੇ ਉਸ ਰਾਜੇ ਨੂੰ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਜੇ ਦੇਖਿਆ ਵੀ ਇਹ ਤਾਂ ਖਰਾਬ ਹੀ ਕਰਨਗੇ ਪਰਜਾ ਨੂੰ, ਉਹਨਾਂ ਤੋਂ ਸਤਿਗੁਰੂ ਰਾਜ ਵਾਪਸ ਲੈ ਲੈਂਦੇ ਹਨ। ਦੋਹਰਾ ਬਿਨੈ ਕਰੀ ਕਰ ਬੰਧਕੈ, ਲੀ ਚਲਾ ਨਿਜ ਧਾਮ। ਫਿਰ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਚਰਨਾਂ 'ਚ, ਮਹਾਰਾਜ ਦਾਸ ਦੇ ਮਹਿਲਾਂ ਵਿੱਚ ਵੀ ਕਿਰਪਾ ਕਰਕੇ ਚਰਨ ਪਾਓ। ਮਹਾਰਾਜ ਨੂੰ ਨਾਲ ਲੈ ਚੱਲਿਆ। ਏਕ ਮਾਸ ਤਿਹ ਠਾ ਰਹੇ, ਪੂਰਨ ਕਿੰਕਰ ਕਾਮ। ਆਪਣੇ ਦਾਸਾਂ ਦੇ ਕੰਮਾਂ ਨੂੰ ਪੂਰਨ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦੇਖੋ, ਉਹਦੀ ਭਗਤੀ ਦੇਖ ਕੇ 1 ਮਹੀਨਾ ਉੱਥੇ ਰਹੇ। ਝੰਡੇ ਬਾਢੀ ਦੀ ਕਮਾਈ ਸੀ ਚੰਗੀ, ਬ੍ਰਹਮ ਗਿਆਨੀ ਸੀ। ਇੰਦਰ ਸੈਨ ਵੀ ਬ੍ਰਹਮ ਗਿਆਨੀ ਸੀ। ਰਾਜਾ ਸੁਧਰ ਸੈਨ ਵੀ ਕੋਈ ਰੱਬ ਦਾ ਭਗਤ ਸੀ ਪੁਰਾਣਾ। ਮਹਾਰਾਜ ਉਹਨਾਂ ਕੋਲ ਬੇਨਤੀ ਮੰਨ ਕੇ 1 ਮਹੀਨਾ ਰਹੇ। ਚੌਪਈ ਸ੍ਰੀ ਗੁਰ ਭਨੈ ਨਰੇਸ਼ ਸੁਨੀਜੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਨਰੇਸ਼, ਹੇ ਰਾਜਾ, ਸੁਣਨਾ ਕਰੋ। ਚੰਡੇ ਕੀ ਸਮਤਾ ਨਹਿ ਕੀਜੈ। ਤੈਨੂੰ ਇੱਕ ਗੱਲ ਦੱਸੀਏ, ਤੂੰ ਰਾਜਾ ਤਾਂ ਹੈ, ਪਰ ਜਿਹੜਾ ਝੰਡਾ ਨਾ ਸਾਡਾ ਗੁਰਸਿੱਖ ਬਣਿਆ, ਬਖਸ਼ਿਸ਼ਾਂ ਹੋਈਆਂ ਨੇ, ਇਹਨੂੰ ਮੰਜੀ ਦਿੱਤੀ ਆ ਅਸੀਂ, ਤੇ ਇਹਦੀ ਕਦੇ ਬਰਾਬਰਤਾ ਨਾ ਕਰੀ। ਇਹ ਨਾ ਹੋਵੇ ਤੂੰ ਆਖੇ ਮੇਰੀ ਪਰਜਾ ਚੋਂ ਹੀ ਹੈ, ਜਾਂ ਕਹੇ ਜੀ ਵੀ ਗਰੀਬ ਆਦਮੀ ਹੈ ਮੈਂ ਰਾਜਾ। ਇਹ ਨਾ ਕਰੀ। ਇਹ ਰੱਬ ਦਾ ਅਮੀਰ ਹੈ, ਤੂੰ ਦੁਨਿਆਵੀ ਅਮੀਰ ਹੈ। ਜੇਕਰ ਆਪਣਾ ਭਲਾ ਤੁਮ ਚਾਹੇ। ਹਾਂ, ਜੇ ਇੱਕ ਤੈਨੂੰ ਗੱਲ ਕਹੀਏ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਸਦਾ ਨਮਿਓ ਆਗੈ ਤਿਹ ਰਹੀ। ਭਗਤ ਜਨਾਂ ਸਿਓ ਸਦਾ ਨਿਵ ਰਹੀ ਹੈ। ਚੌਥੇ ਪਾਤਸ਼ਾਹ ਕਹਿੰਦੇ ਨੇ, ਰੱਬ ਦੇ ਪਿਆਰਿਆਂ ਅੱਗੇ ਵੈਸੇ ਨਿਮਕੀ ਚੱਲਣਾ ਚੰਗਾ ਹੁੰਦਾ, ਕਿਉਂਕਿ ਉਹਨਾਂ ਨੇ ਤਾਂ ਰਾਜੇ ਨੇ ਤਾਂ ਹਲੇ ਆਰਡਰ ਕਰਨੇ ਨੇ, ਫਿਰ ਗੱਲ ਬਣਨੀ ਆ, ਫਿਰ ਹੋਣਾ ਕਈ ਕੁਛ। ਰੱਬ ਦੇ ਪਿਆਰੇ ਨੇ ਤਾਂ ਕੁਛ ਵੀ ਨਹੀਂ ਕਰਨਾ, ਬਸ ਉੱਥੇ ਤਾਂ ਉਹੀ ਕਰਦਾ, ਉਹ ਫਿਰ ਨਜ਼ਰੋਂ ਪੱਠੀ ਹੀ ਕਰ ਦਿੰਦਾ। ਮਾੜਾ ਜਿਹਾ ਕੋਈ ਆਕੜਿਆ ਨਹੀਂ, ਉਹਨੇ ਕੁਛ ਨਹੀਂ ਕਹਿਣਾ। ਉਹ ਕਿਹਨੇ ਕਹਿਣਾ? ਵਾਹਿਗੁਰੂ ਨੇ। ਨਿਰਵੈਰ ਹੈ ਸੰਗ ਜੇ ਵੈਰ ਰਚਾਏ। ਨਿਰਵੈਰ ਨਾਲ ਜੇ ਕੋਈ ਵੈਰ ਕਰ ਲੈ ਨਾ, ਉਹ ਤਾਂ ਕੁਛ ਵੀ ਨਹੀਂ ਕਹਿੰਦਾ ਹੁੰਦਾ। ਜਿਹੜੇ ਨਾਲ ਹੁੰਦੇ ਨੇ ਸਾਥੀ, ਵਾਹਿਗੁਰੂ ਪਾਰ ਬ੍ਰਹਮ ਭਇਓ ਸਾਥੀ, ਉਹਨੂੰ ਨਹੀਂ ਚੰਗਾ ਲੱਗਦਾ ਕੋਈ ਮੇਰੇ ਪਿਆਰੇ ਦਾ ਕੋਈ ਨਿਰਾਦਰ ਕਰੇ। ਇਸ ਕਰਕੇ ਕਦੇ ਵੀ ਭੁੱਲ ਕੇ ਨਾ ਕਹੀਂ, ਕਿਉਂ? ਜੇ ਉਹਨਾਂ ਦੇ ਮੂੰਹ ਚੋਂ ਚੰਗਾ ਬਚਨ ਨਿਕਲ ਜੇ, ਚੰਗਾ ਹੀ ਹੋ ਜਾਂਦਾ, ਮਾੜਾ ਨਿਕਲ ਜੇ ਫਿਰ ਮਾੜਾ ਹੀ ਹੋ ਜਾਂਦਾ। ਇਸ ਕਰਕੇ ਸ਼ਕਤੀ ਜ਼ਬਾਨ ਅੰਦਰ ਆ ਜਾਂਦੀ ਕਈ ਵਾਰੀ, ਪਰ ਚੀਜ਼ ਨੂੰ ਸੰਭਾਲ ਕੇ ਰੱਖਣਾ ਪੈਂਦਾ। ਸਰਬ ਦੇਸ਼ ਸਿੱਖੀ ਪ੍ਰਗਟਾਏ। ਸਾਰੇ ਦੇਸ਼ ਵਿੱਚ ਉਸ ਇਲਾਕੇ ਵਿੱਚ ਮਹਾਰਾਜ ਨੇ ਸਿੱਖੀ ਪ੍ਰਗਟ ਕੀਤੀ। ਝੰਡੇ ਅਗਰਜ ਦਏ ਨਿਵਾਏ। ਸਾਰੇ ਜਾਣੇ ਆਪਣੇ ਪਿਆਰੇ ਦੇ ਅੱਗੇ, ਝੰਡੇ ਦੇ ਅੱਗੇ ਨਿਵਾਨ ਦਿੱਤੇ ਨੇ। ਸਿਮਰਨ ਨਾਮ ਦਾਨ ਇਸਨਾਨਾ। ਉੱਥੇ ਮਹਾਰਾਜ ਨੇ ਨਾਮ ਸਿਮਰਨ ਦੀ ਦਾਤ ਦਿੱਤੀ, ਦਾਨ ਦੀ ਦਾਤ ਦਿੱਤੀ, ਇਸ਼ਨਾਨ ਦੀ ਦਾਤ ਦਿੱਤੀ। ਕਿ ਗੁਰੂ ਨਾਨਕ ਸਾਹਿਬ ਨੇ 3 ਚੀਜ਼ਾਂ ਦੱਸੀਆਂ ਨੇ, ਇਸ਼ਨਾਨ ਕਰੋ, ਨਾਮ ਜਪੋ, ਅਤੇ ਨਾਲ ਨਾਲ ਦਾਨ ਕਰੋ, ਦਸਵੰਧ ਕੱਢੋ ਆਪਣਾ। ਇਸ ਤਰ੍ਹਾਂ ਜੇ ਮਹਾਰਾਜ ਦੇ ਰਸਤੇ ਉੱਤੇ ਆਪਾਂ ਚੱਲਦੇ ਰਹੀਏ, ਗੁਰੂ ਸਾਹਿਬ ਅੰਗ ਸੰਗ ਨੇ। ਕਈ ਵਾਰ ਆਪਾਂ ਸਤਿਗੁਰੂ ਦੀ ਸਮਰੱਥਾ ਨੂੰ ਭੁੱਲ ਜਾਂਦੇ ਆ, ਕਿਉਂਕਿ ਸਤਿਗੁਰੂ ਸਭ ਕੁਝ ਕਰਨ ਯੋਗ ਹਨ। ਕਰਹਿ ਮਨੁਜ ਨਿਜ ਭਲਾ ਪਛਾਨਾ। ਸੋ ਇਸ ਤਰ੍ਹਾਂ ਬੰਦਿਆਂ ਦਾ ਭਲਾ ਕਰਦੇ ਨੇ, ਇਸ ਵਿੱਚ ਹੀ ਭਲਾ ਪਛਾਣਿਆ ਹੈ। ਬਹੁਰ ਚੱਲਣ ਕੀ ਬਾਤ ਚਲਾਈ। ਫਿਰ ਉੱਥੋਂ ਚੱਲਣ ਦੀ ਗੱਲ ਅੱਗੇ ਕੀਤੀ ਹੈ। ਸੁਨਤ ਨਿਰਪਤਾ ਨੇ ਗਿਰਾ ਹਲਾਈ। ਸੁਣ ਕੇ ਰਾਜੇ ਨੇ ਇਸ ਤਰ੍ਹਾਂ ਬਚਨ ਕਿਹਾ, ਗਜ ਬਾਜੇ ਸਭ ਰਾਜ ਸਮਾਜਾ। ਇਹ ਹਾਥੀ ਘੋੜੇ ਰਾਜ ਸਮਾਨ ਸਾਰਾ। ਨਿਜ ਕਰ ਝੰਡੇ ਕੋ ਦੇਹੋ ਆਜਾ। ਰਾਜਾ ਹੱਥ ਜੋੜ ਕੇ ਖੜ ਗਿਆ ਮਹਾਰਾਜ ਅੱਗੇ।
ਦੇਖੋ ਰਾਜਾ ਵੀ ਰੱਬ ਦਾ ਹੀ ਬੰਦਾ ਹੈ। ਕਹਿੰਦਾ ਮਹਾਰਾਜ ਆਪਣੇ ਹੱਥਾਂ ਨਾਲ ਰਾਜਾ ਕਹਿੰਦਾ ਆ ਝੰਡੇ ਨੂੰ ਸਾਰਾ ਸਮਾਨ ਦੇ ਦਿਓ, ਮੇਰੇ ਹਾਥੀ ਘੋੜੇ, ਮੇਰਾ ਰਾਜ ਮਹਿਲ, ਮੇਰਾ ਧਨ ਦੌਲਤ ਅੱਜ ਤੋਂ ਸਾਰਾ ਝੰਡੇ ਦਾ ਜੀ, ਮੈਂ ਇਹਦਾ ਦਾਸ ਬਣ ਕੇ ਰਹੂੰਗਾ ਜੀ। ਮੋਕੋ ਲਿਹੋ ਆਪਣੇ ਸਾਥਾ। ਉਹ ਤਾਂ ਹੋਰ ਵੀ ਗਾਹਾਂ ਚਲਿਆ ਗਿਆ, ਕਹਿੰਦਾ ਮਹਾਰਾਜ ਮੈਨੂੰ ਤਾਂ ਆਪਣੇ ਨਾਲ ਹੀ ਲੈ ਚੱਲੋ ਸੱਚੇ ਪਾਤਸ਼ਾਹ, ਮੈਂ ਇਹ ਰਾਜ ਕਾਜ ਤੋਂ ਹੁਣ ਕੀ ਲੈਣਾ। ਰਹਿ ਨਾ ਸਕੋ ਤੁਮ ਬਿਨਜ ਜਗਨਾਥਾ। ਤੁਹਾਡੇ ਤੋਂ ਬਿਨਾਂ ਇਹ ਜਗਨਨਾਥ ਮਾਲਕ ਜੀ ਮੈਂ ਕਿੱਦਾਂ ਰਹਿ ਸਕਦਾ। ਇਹ ਗੁਰੂ ਨਾਨਕ ਦੇਵ ਜੀ ਜਦ ਤੁਸੀਂ ਮੈਨੂੰ ਇੱਥੋਂ ਦਾ ਰਾਜ ਦੇ ਸਕਦੇ ਹੋ ਫਿਰ ਤਾਂ ਹੁਣ ਪਰਲੋਕ ਹੀ ਸਵਾਰ ਦਿਓ, ਮੈਂ ਇੱਥੇ ਦੇ ਰਾਜ ਤੋਂ ਕੀ ਲੈਣਾ ਹੁਣ। ਮੀਨ ਨੀਰਗਤ ਸ੍ਰੀ ਭਗ ਸੰਗਾ। ਇਹ ਸੱਚੇ ਪਾਤਸ਼ਾਹ ਆਪਦੇ ਚਰਨਾਂ ਨਾਲ ਮੇਰੀ ਪ੍ਰੀਤੀ ਮੱਛੀ ਤੇ ਪਾਣੀ ਵਾਲੀ ਹੋ ਗਈ ਹੈ। ਅਸ ਕਹਿਤੇ ਔਰ ਪ੍ਰੇਮ ਉਮੰਗਾ। ਇਉਂ ਕਹਿ ਕਰਕੇ ਬਹੁਤ ਹੀ ਪ੍ਰੇਮ ਉਛਲ ਆਇਆ। ਭਾਵ ਪ੍ਰੇਮ ਕਿੱਥੋਂ ਉਛਲਦਾ? ਅੱਖਾਂ ਵਿੱਚੋਂ ਹੰਝੂ ਆ ਗਏ ਅੱਖਾਂ 'ਚ। ਪੁਲ ਕਾਬਲ ਤਨ ਗਦ ਗਦ ਬਾਨੀ। ਫਿਰ ਇਸ ਤਰ੍ਹਾਂ ਪੁਲਕਾਵਲੀ ਹੁੰਦੀ, ਰੋਮਾਂ ਦਾ ਖੜਾ ਹੋ ਜਾਣਾ ਅਤੇ ਸਰੀਰ ਦੇ ਰੋਮ ਖੜੇ ਹੋ ਗਏ। ਬਾਣੀ ਜਿਹੜੀ ਬੋਲੀ ਸੀ ਉਹ ਗਦ-ਗਦ ਹੁੰਦੀ ਆ, ਵੀ ਬੋਲਣਾ ਚਾਹੁੰਦਾ ਪਰ ਅੱਖਾਂ 'ਚ ਅੱਥਰੂ ਆਉਣ ਕਰਕੇ, ਰੋਣ ਕਰਕੇ ਉਹ ਬਸ ਬੋਲ ਨਹੀਂ ਸਕਦਾ। ਇਹਨੂੰ ਆਪਾਂ ਕਹਿੰਦੇ ਗੱਚ ਭਰ ਆਇਆ ਉਹਦਾ, ਫਲਾਣੇ ਬੰਦੇ ਦਾ। ਤੇ ਛਨ ਨਿਰਪਕੀ ਗਤ ਵਿਕਲਾਨੀ। ਉਸ ਵਕਤ ਰਾਜੇ ਦੀ ਜਿਹੜੀ ਹਾਲਤ ਸੀ ਬਹੁਤ ਵਿਆਕੁਲ ਹੋ ਗਈ। ਦੇਖ ਪ੍ਰੀਤ ਅਸ ਉਰ ਕੇ ਸਾਚੇ। ਦੇਖੀ ਪ੍ਰੀਤੀ ਜਦੋਂ ਮਨ ਦੀ ਬਹੁਤ ਸੱਚੀ। ਜੀ ਨਾਨਕ ਜੀ ਗਿਰਾ ਉਵਾਚੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇਖੋ ਹੋਰ ਦਿਆਲ ਹੋ ਗਏ। ਮਹਾਰਾਜ ਤਾਂ ਪਿਆਰ ਦੇ ਹੀ ਭੁੱਖੇ ਆ, ਜੇ ਆਪਾਂ ਪਿਆਰ ਕਰੀਏ ਸੱਚੇ ਪਾਤਸ਼ਾਹ ਨਾਲ, ਹੁਣ ਪਿਆਰ ਵਿੱਚ ਆ ਕੇ ਹੋਰ ਕਿਰਪਾ ਕਰ ਰਹੇ ਨੇ। ਤਰਹੁ ਧਿਆਨ ਨਿਤ ਉਰ ਅਵਨੀਪਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਤੇਰੇ ਕੋਲ ਹੀ ਹਾਂ, ਮੇਰੇ ਨਾਲ ਨਾ ਚੱਲ। ਰਾਜਾ ਬਣਾਇਆ ਰੱਬ ਨੇ ਤੈਨੂੰ, ਇਹ ਦੁਨੀਆ ਦਾ ਭਲਾ ਕਰੀਦਾ ਹੁੰਦਾ ਰਾਜਾ ਬਣ ਕੇ। ਮਹਾਰਾਜ ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਾਂਗਾ। ਕਹਿੰਦੇ ਤੂੰ ਇਉਂ ਕਰੀ, ਅੱਖਾਂ ਬੰਦ ਕਰਕੇ ਨਾ, ਆ ਜਿਵੇਂ ਹੁਣ ਅਸੀਂ ਖੜੇ ਆਂ, ਇਉਂ ਜਾਣੀ ਵੀ ਗੁਰੂ ਨਾਨਕ ਦੇਵ ਜੀ ਮੇਰੇ ਕੋਲ ਹੀ ਖੜੇ ਨੇ। ਮੈਂ ਹਾਂ ਤੁਮਰੇ ਸਦਾ ਸਮੀਪਾ। ਮੈਂ ਕਿਤੇ ਦੂਰ ਥੋੜੀ ਜਾਣਾ। ਠੀਕ ਆ, ਸਰੀਰ ਕਰਕੇ ਅਸੀਂ ਤੁਰੇ ਫਿਰਦੇ ਆ, ਪਰ ਅਸੀਂ ਸਰੀਰ ਨਹੀਂ ਨਾ ਹਾਂ, ਅਸੀਂ ਸਰਬ ਵਿਆਪਕ ਪ੍ਰਕਾਸ਼ ਹਾਂ। ਪ੍ਰਕਾਸ਼ ਸਰੂਪ ਹੈ ਮੇਰਾ। ਇਹ ਨਹੀਂ ਕਿ ਮੈਂ ਉੱਥੇ ਫਿਰਦਾ ਤੇ ਮੈਂ ਇੱਥੇ ਨਹੀਂ ਹਾਂ, ਮੈਂ ਤਾਂ ਸਾਰੇ ਥਾਵਾਂ ਤੇ ਹੀ ਹਾਂ। ਮੈਂ ਵਿਆਪਕ ਰੂਪ ਹਾਂ। ਜਦ ਤੂੰ ਮੇਰਾ ਧਿਆਨ ਕਰੇਂਗਾ ਮੈਂ ਤੇਰੇ ਕੋਲ ਹੋਵਾਂਗਾ। ਸੁਚ ਸੋ ਪੰਚਾ ਮਿਰਤ ਕਰਵਾਵਹੁ। ਹਾਂ, ਜੇ ਜ਼ਿਆਦਾ ਹੀ ਤੇਰੀ ਇੱਛਾ ਹੁੰਦੀ ਫਿਰ ਬੜੀ ਸੁਚਮ ਦੇ ਨਾਲ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹੁੰਦਾ। ਸੁਚਮ ਦੇ ਨਾਲ ਕਿਹਾ ਹੈ। ਪੰਚਾਮ੍ਰਿਤ 5 ਚੀਜ਼ਾਂ ਕੜਾਹ ਪ੍ਰਸ਼ਾਦ 'ਚ ਵਿਸ਼ੇਸ਼ ਹੁੰਦੀਆਂ ਨੇ। 3 ਤਾਂ ਪਤਾ ਹੀ ਆਪਾਂ ਨੂੰ, ਪਹਿਲਾਂ ਵੀ ਦੱਸਿਆ। ਪਹਿਲਾਂ ਤਾਂ ਖੰਡ, ਘਿਓ, ਆਟਾ ਬਰਾਬਰ ਬਰਾਬਰ, ਫਿਰ ਅੱਗ ਤੇ ਪਾਣੀ, ਇਹ 5 ਹੋ ਗਈਆਂ। ਤਾਈਓ ਪੰਚਾਮ੍ਰਿਤ ਕਿਹਾ। ਪਰ ਸੁਚਮ ਨਾਲ, ਜਿਵੇਂ ਕਿ ਕੇਸੀ ਇਸ਼ਨਾਨ ਕਰਨਾ, ਨਵੇਂ ਬਸਤਰ ਪਾਉਣੇ, ਜਿਵੇਂ ਕਿ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਹੀ ਰੱਖਣੀਆਂ, ਘੱਟ ਵੱਧ ਨਾ ਕਰਨੀਆਂ, ਬਾਣੀ ਪੜ੍ਹੀ ਜਾਣੀ, ਕੜਾਹ ਪ੍ਰਸ਼ਾਦ ਬਣਾਉਂਦਿਆਂ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਨਾ ਬਹੁਤ ਸੁਚਮ ਨਾਲ ਤੂੰ ਪ੍ਰਸ਼ਾਦ ਤਿਆਰ ਕਰਨਾ। ਇਹ ਰਾਜੇ ਨੂੰ ਕਾਹਨੂੰ ਕਿਹਾ ਹੁਣ? ਉਹ ਤਾਂ ਗੱਲਾਂ ਹੋ ਗਈਆਂ ਪੁਰਾਣੀਆਂ, ਤੋਂ ਤਰ ਗਿਆ। ਇਹ ਤਾਂ ਹੁਣ ਆਪਾਂ ਨੂੰ ਕਹਿੰਦੇ ਨੇ ਵੀ ਤੁਸੀਂ ਜੇ ਬਾਹਲਾ ਚਾਹੁੰਦੇ ਹੋ ਗੁਰੂ ਨਾਨਕ ਸਾਹਿਬ ਹੋਣ ਕੋਲੇ, ਫਿਰ ਇਉਂ ਜਾਣੋ ਕੋਲ ਹੀ ਸੱਚੇ ਪਾਤਸ਼ਾਹ। ਟਕਾ ਰਾਖ ਅਰਦਾਸ ਅਲਾਵਹੁ। ਇੱਕ ਟਕਾ ਰੱਖ ਕੇ, ਭਾਵ ਹੋਣ ਦੇ ਸਮੇਂ ਵਿੱਚ ਜਿਵੇਂ ਇੱਕ ਕੋਈ ਪੈਸਾ, ਕੋਈ ਡਾਲਰ ਰੱਖ ਲਓ, ਇੱਕ ਕੋਈ ਹੋਰ ਰੱਖ ਲਓ, ਥੋੜਾ ਬਹੁਤ ਮਾਇਆ ਆਪਣੇ ਵੱਲੋਂ ਕੋਈ ਰੁਪਈਆ ਹੀ ਰੱਖ ਲਓ, ਬਾਹਲਾ ਨਹੀਂ ਮੰਗਦੇ ਹੈ। ਉਦੋਂ ਦਾ ਟਕਾ ਜਿਹੜਾ ਹੁੰਦਾ ਸੀ, ਸੋ ਇਸ ਤਰੀਕੇ ਨਾਲ ਕਹਿੰਦੇ ਰੱਖ ਕੇ ਤੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਟਕਾ ਰਾਖ ਅਰਦਾਸ ਕਰੋ। ਫਿਰ ਅਰਦਾਸ ਬੇਨਤੀ ਕਰੋ ਭਾਈ। ਦੋਹਰਾ ਹਾਜ਼ਰ ਹੋਵੋ ਆਨ ਤਬ ਕਰੋ ਕੰਮ ਨਾ ਪੂਰਾ। ਕਹਿੰਦੇ ਮੈਂ ਉਦੋਂ ਹੀ ਹਾਜ਼ਰ ਹੋ ਜਾਣਾ। ਦੇਖੋ ਤੁਸੀਂ ਹੁਣ ਕੀ ਕਹਿੰਦੇ ਹੋ ਕਿ ਗੁਰੂ ਨਾਨਕ ਦੇਵ ਜੀ ਹੁਣ ਨਹੀਂ ਹਾਜ਼ਰ ਹੁੰਦੇ? ਇਹ ਆਮ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ। ਗੁਰੂ ਨਾਨਕ ਦੇਵ ਜੀ ਹੁਣ ਸੰਗਤ 'ਚ ਹੀ ਹਾਜ਼ਰ ਨੇ, ਕਿਉਂਕਿ ਕੜਾਹ ਪ੍ਰਸ਼ਾਦ ਤਾਂ ਬਣੀ ਹੀ ਪਿਆ ਔਰ ਟਕਾ ਵੀ ਆਪਾਂ ਸਾਰਿਆਂ ਨੇ ਪਾਇਆ ਹੀ ਗੋਲਕ ਵਿੱਚ, ਤੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਹੀ ਨੇ, ਤੇ ਗੁਰੂ ਨਾਨਕ ਸਾਹਿਬ ਵੀ ਆਪਦੇ ਬਚਨਾਂ ਮੁਤਾਬਕ ਸੰਗਤ 'ਚ ਹਾਜ਼ਰ ਰਹਿੰਦੇ ਨੇ। ਇਸ ਕਰਕੇ ਜਦੋਂ ਆਪਾਂ ਕਥਾ ਸੁਣਦੇ, ਕੀਰਤਨ ਸੁਣਦੇ, ਅਰਦਾਸ ਕਰਦੇ, ਮਹਾਰਾਜ ਹਾਜ਼ਰ ਹੁੰਦੇ ਨੇ, ਕਿਉਂਕਿ ਉਹਨਾਂ ਦਾ ਵਾਕ ਆਪਣੇ ਨਾਲ ਬਚਨ ਹੋਇਆ ਹੋਇਆ।
ਮਹਾਰਾਜ ਆਪਣੇ ਕੋਲ ਨੇ, ਕਦੇ ਵੀ ਸੰਗਤ ਨੂੰ ਛੱਡ ਕੇ ਨਹੀਂ ਜਾਂਦੇ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪਣੇ ਕੋਲ ਹਾਜ਼ਰ ਨਾਜ਼ਰ ਹਨ। ਅਸ ਕੈ ਬਹੁ ਧੀਰਜ ਦਇਓ ਭੂਪਤ ਕੋ ਜਗ ਮੂਰ। ਜਗਤ ਦੇ ਮੂਲ ਰੂਪ ਗੁਰੂ ਨਾਨਕ ਦੇਵ ਜੀ ਨੇ ਐਵੇਂ ਬਚਨ ਕਰਕੇ ਫਿਰ ਰਾਜੇ ਨੂੰ ਧੀਰਜ ਦਿੱਤਾ। ਸਰਬ ਨਗਰ ਕੇ ਨਰ ਮਿਲੇ ਝੰਡੇ ਆਦ ਜਿਆਨਾ। ਸੋ ਸਾਰੇ ਨਗਰ ਦੇ ਬੰਦੇ ਆ ਕੇ ਮਿਲੇ, ਝੰਡੇ ਆਦਿਕ ਤੋਂ ਹੋਰ ਲੈ ਕੇ। ਜਿਨ ਕੋ ਧੀਰਜ ਦੇ ਗੁਰੂ ਪੁਨ ਕੀਨੋ ਪਰਸਥਾਨ। ਉਹਨਾਂ ਨੂੰ ਧੀਰਜ ਦੇ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਤੋਂ ਫਿਰ ਅੱਗੇ ਸੰਗਤ ਨੂੰ ਤਾਰਨ ਵਾਸਤੇ ਚਲੇ ਗਏ। ਤੋ ਇਸ ਤਰ੍ਹਾਂ ਮਹਾਰਾਜ ਦਾ ਇਹ ਸੁੰਦਰ ਪ੍ਰਸੰਗ ਆਇਆ। 53 ਪ੍ਰਸੰਗ ਹੋਏ, 54ਵਾਂ ਪ੍ਰਸੰਗ ਹੁਣ ਕੱਲ ਨੂੰ ਸ਼ਰਵਣ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨਗੇ। ਔਰ ਇੰਨੀ ਸਿੱਖਿਆ ਬਹੁਤ ਵੱਡੀ ਹੈ, ਗੱਲ ਕਮਾਉਣ ਦੀ ਹੈ। ਗੁਰੂ ਨਾਨਕ ਦੇਵ ਜੀ ਇੱਕ ਸ਼ਬਦ ਸੁਣਾਉਂਦੇ ਨੇ, ਇੱਕ ਥਾਂ ਤੇ ਇੱਕ ਸਿੱਖਿਆ ਦਿੰਦੇ ਨੇ, ਸਿੱਖ ਕਮਾਉਂਦਾ ਹੈ। ਜੇ ਆਪਾਂ ਮਹਾਰਾਜ ਦੀ ਇਹੀ ਸਿੱਖਿਆ ਕਮਾਈ ਜਿਹੜੀ ਅੱਜ ਦਿੱਤੀ ਆ, ਬਹੁਤ ਵੱਡੀ ਗੱਲ ਹੈ। ਵਿਸ਼ਵਾਸ ਕਰੋ ਭਈ ਇਹ ਜ਼ਰੂਰ ਕਰੋ ਸੁਚਮ ਨਾਲ, ਤੁਸੀਂ ਕਰਕੇ ਦੇਖੋ। ਇਹ ਗੱਲਾਂ ਹੀ ਨਹੀਂ ਕਰਨੀਆਂ। ਕੜਾਹ ਪ੍ਰਸ਼ਾਦ ਘਰੇ ਕੇਸੀ ਇਸ਼ਨਾਨ ਕਰਕੇ ਬਣਾਓ। ਜਿੱਥੇ ਵੀ ਪੋਥੀਆਂ ਪਈਆਂ ਹੋਣ, ਸੈਂਚੀਆਂ, ਕੋਈ ਪਾਠ ਵਾਲਾ ਕਮਰਾ, ਉੱਥੇ ਪਾਠ ਕਰੋ ਬਹਿ ਕੇ। ਪਹਿਲਾਂ ਨਿਤਨੇਮ ਕਰੋ, ਟਕਾ ਰੱਖੋ, ਫਿਰ ਅਰਦਾਸ ਕਰੋ। ਜਿਵੇਂ ਇਹ ਕਿਹਾ ਵੀ ਗੁਰੂ ਨਾਨਕ ਦੇਵ ਜੀ ਨੂੰ ਹਾਜ਼ਰ ਨਾਜ਼ਰ ਜਾਣੋ, ਫਿਰ ਸਤਿਗੁਰੂ ਹਾਜ਼ਰ ਹੀ ਨੇ। ਜਿਹੜੀ ਵੀ ਫਿਰ ਆਪਾਂ ਬੇਨਤੀ ਕਰਾਂਗੇ ਉਹ ਗੁਰੂ ਸਾਹਿਬ ਮੰਨ ਲੈਣਗੇ। ਆਨੰਦ ਸਾਹਿਬ ਦਾ ਪਾਠ ਵੀ ਜ਼ਰੂਰ ਕਰਨਾ, ਜਪਜੀ ਸਾਹਿਬ ਪੜ੍ਹਨਾ, ਮਹਾਰਾਜ ਸੁਣ ਲੈਂਦੇ ਨੇ ਬੇਨਤੀ। ਸਤਿਗੁਰੂ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਜਾਣੋ। ਮੈਂ ਬਹੁਤਿਆਂ ਨੂੰ ਕਹਿ ਕੇ ਵਿਸ਼ਵਾਸ ਦਵਾਈ ਦਾ, ਉਹ ਜੀ ਅਸੀਂ ਤਾਂ ਐਂ ਜੀ ਆਉਂ, ਉਹ ਕੋਈ ਗੱਲ ਨਹੀਂ, ਏਦਾਂ ਉਦਾਂ ਹੈ ਤਾਂ ਉਹਦਾ ਹੀ ਆ, ਜਿਹੇ ਜੇ ਵੀ ਹੈਗੇ ਆ, ਕੋਈ ਗੱਲ ਨਹੀਂ। ਥੋੜਾ ਖਾਣਾ ਪੀਣਾ ਠੀਕ ਕਰ ਲਓ ਆਪਣਾ, ਥੋੜੇ ਜਿਹੇ ਆਪਣੀ ਆਦਤਾਂ ਵਿੱਚ ਸੁਧਾਰ ਲਿਆਓ। ਉਸ ਗੁਰੂ ਨਾਨਕ ਸਾਹਿਬ ਦੇ ਸਿੱਖ ਆ, ਉਹਨਾਂ ਨੇ ਤਾਂ ਨਹੀਂ ਛੱਡਿਆ, ਉਹ ਤਾਂ ਆਪਾਂ ਹੀ ਛੱਡਿਆ ਉਹਨਾਂ ਨੂੰ। ਉਹ ਗੁਰੂ ਨਾਨਕ ਸਾਹਿਬ ਕਦੋਂ ਜਾਂਦੇ ਛੱਡ ਕੇ? ਮਾਂ-ਬਾਪ ਦੀ ਸੁੱਤਾ ਤਾਂ ਆਪਣੇ ਧੀਆਂ ਪੁੱਤਾਂ 'ਚ ਹੀ ਹੁੰਦੀ ਹੈ। ਉਹ ਆਪਾਂ ਨੂੰ ਕਦ ਛੱਡ ਕੇ ਗਏ ਨੇ? ਇਹ ਤਾਂ ਆਪਾਂ ਹੀ ਛੱਡ ਕੇ ਬੇਮੁਖ ਹੋਏ ਆ। ਜੇ ਆਪਾਂ ਗੁਰੂ ਵਾਲੇ ਆ ਤਾਂ ਗੁਰੂ ਆਪਣੇ ਕੋਲੇ ਹੈ। ਇਸ ਕਰਕੇ ਆਪਾਂ ਬੇਨਤੀ ਕਰੀਏ, ਹੇ ਗੁਰੂ ਨਾਨਕ ਦੇਵ ਜੀ, ਆਪਣੇ ਪੰਥ ਤੇ ਕਿਰਪਾ ਕਰੋ ਜੀ, ਆਪਣੀ ਸੰਗਤ ਤੇ ਮਿਹਰ ਕਰੋ ਮਹਾਰਾਜ। ਇਹ ਤੁਹਾਡੇ ਬੱਚੇ ਆ ਜੀ, ਭੁੱਲਣਹਾਰ ਹੈ ਮਹਾਰਾਜ, ਸਾਨੂੰ ਵੀ ਨਾਮਦਾਨ ਇਸ਼ਨਾਨ ਬਖਸ਼ੋ ਜੀ। ਜੇ ਆਪਾਂ ਪਿਆਰ ਨਾਲ ਬੇਨਤੀ ਕਰਾਂਗੇ ਕਿ ਮੰਨਣਗੇ ਨਹੀਂ ਮਹਾਰਾਜ? ਮਹਾਰਾਜ ਨੇ ਕਹਿਣਾ ਭਾਈ ਮੇਰੇ ਬੱਚੇ ਕਹਿੰਦੇ ਨੇ। ਇੱਥੇ ਬੇਨਤੀਆਂ ਕਰ ਕਰਕੇ ਸਭ ਨੂੰ ਕਹੀਦਾ ਭਈ ਤੁਸੀਂ ਸਿਮਰਨ ਕਰਿਆ ਕਰੋ। ਠੀਕ ਆ, ਹਲੇ ਰਹਿਤ ਮਰਿਆਦਾ 'ਚ ਨਹੀਂ ਆਏ, ਕੋਈ ਗੱਲ ਨਹੀਂ। ਪਤਾ ਤਾਂ ਨਾ ਕਿ ਵਾਹਿਗੁਰੂ ਵਾਹਿਗੁਰੂ ਕਰਨਾ, ਮੂਲ ਮੰਤਰ ਪੜ੍ਹਨਾ ਹੈ, ਬਾਣੀ ਸੁਣਿਆ ਕਰੋ, ਕੀਰਤਨ ਸੁਣਿਆ ਕਰੋ, ਕਥਾ ਸੁਣਿਆ ਕਰੋ। ਉਹ ਹੌਲੀ ਹੌਲੀ ਮਹਾਰਾਜ ਆਪੇ ਕਿਰਪਾ ਕਰ ਦੇਣਗੇ। ਜੇ ਤੁਸੀਂ ਸਿਮਰਨ ਕਰਨ ਲੱਗ ਜਾਓ ਨਾ, ਕੱਲਾ ਵਾਹਿਗੁਰੂ ਮੰਤਰ ਦਾ, ਧੰਨ ਗੁਰੂ ਨਾਨਕ ਸਾਹਿਬ ਦਾ ਜਾਪ ਕਰ ਲਓ, ਮੂਲ ਮੰਤਰ ਦਾ ਅਭਿਆਸ ਕਰ ਲਓ, ਇਹਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਤੁਸੀਂ ਧਿਆਨ ਲਾ ਕੇ ਦੇਖੋ। ਹੇ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਦਿਓ। ਇਹਨਾਂ ਸਾਰਿਆਂ ਦੇ ਨਾਂ ਲੈਣੇ ਆ ਜਿਹੜੇ ਝੰਡਾ ਵਾਢੀ ਆ, ਸੁਧਰ ਸੈਣ ਤੇ ਕਿਰਪਾ, ਇੰਦਰ ਸੈਣ ਤੇ ਕੀਤੀ। ਜਿਹੜੇ ਅਭਿਆਸੀ ਹੁੰਦੇ ਸੀ ਉਹਨਾਂ ਨੂੰ ਐਂ ਪੁੱਛਦੇ ਰਹਿੰਦੇ ਆ ਵੀ ਜੇ ਹਜੂਰ ਸਾਹਿਬ ਸੋ ਮਾਤਾ ਬੈਠੇ ਸੀ ਉੱਥੇ ਪੌੜੀਆਂ 'ਚ ਗੋਦਾਵਰੀ ਨਦੀ ਦੇ ਕਿਨਾਰੇ। ਮੈਂ ਕਿਹਾ ਮਾਤਾ ਉੱਥੇ ਫਿਰ ਕਹਿੰਦੇ ਵੀ ਦਰਸ਼ਨ ਹੋਏ, ਫਿਰ ਹੁਣ ਤਾਂ ਕਈ ਵਾਰੀ ਹੋਏ ਸੀ। ਮੈਂ ਕਿਹਾ ਮਾਤਾ ਅਸੀਂ ਤਾਂ ਨਿਆਣੇ ਸੀ ਉਦੋਂ। ਫਿਰ ਤੁਸੀਂ ਕੀ ਬੇਨਤੀ ਕਰਦੇ? ਸ਼ਬਦ ਪੜ੍ਹਦੇ ਹੋ ਨੇ ਜੇ ਬੇਨਤੀ ਕਰਦੇ? ਕਹਿੰਦੇ ਬੇਨਤੀ ਦੇ ਸ਼ਬਦ ਵੀ ਪੜ੍ਹਦੀ ਰਹੀ, ਨਾਲੇ ਇਉਂ ਵੀ ਕਹਿੰਦੀ ਰਹੀ, ਦੇਖੋ ਜੀ ਮੂਲੇ ਖੱਤਰੀ ਦਾ ਆਧਾਰ ਕੀਤਾ ਹੈ, 10ਵੇਂ ਪਾਤਸ਼ਾਹ ਫਲਾਣੇ ਦਾ ਆਧਾਰ ਕੀਤਾ ਜੀ, ਉਹਨੂੰ ਉੱਥੇ ਜਾ ਕੇ ਦਰਸ਼ਨ ਦਿੱਤੇ ਜੀ, ਰਤਨ ਰਾਏ ਨੂੰ ਦਰਸ਼ਨ ਦਿੱਤੇ ਜੀ, ਆਹ ਕੀਤੇ ਜੀ। ਜਿਉਂ ਲੱਗੀ ਬੇਨਤੀਆਂ ਕਰਨ, ਇਹ ਤੜਕੇ 2 ਵਜੇ ਫਿਰ ਐ ਸ਼ਿਕਾਰ ਖੇਡਦੇ ਦਿਖੇ ਮੈਨੂੰ ਮਹਾਰਾਜ। ਇਹ ਜੇ ਆਪਾਂ ਬੇਨਤੀਆਂ ਕਰਾਂਗੇ ਜੀ, ਇੰਨੀਆਂ ਨੂੰ ਦਰਸ਼ਨ ਦਿੱਤੇ ਸੱਚੇ ਪਾਤਸ਼ਾਹ, ਮਦਰ ਬੈਨ ਦੇਵਲੂਤ ਰਾਖਸ਼ ਨੂੰ, ਸੁਧਰ ਸੈਣ ਨੂੰ। ਫਿਰ ਭਾਈ ਲਾਲੋ ਦੇ ਘਰੇ ਤੁਸੀਂ ਗਏ ਸੱਚੇ ਪਾਤਸ਼ਾਹ, ਅਸੀਂ ਗਰੀਬ ਸਿੱਖਾਂ ਮਹਾਰਾਜ ਸਾਨੂੰ ਵੀ ਦਰਸ਼ਨ ਦੇ ਦਿਓ। ਜਦ ਨਿਮਰਤਾ 'ਚ ਨੀਵੇਂ ਹੋ ਕੇ ਬੇਨਤੀ ਕਰੀਏ ਫੇਰ ਤਾਂ ਦਰਸ਼ਨ ਦੇ ਦਿੰਦੇ ਆ, ਤੇ ਜੇ ਆਪਾਂ ਥੋੜਾ ਜਿਹਾ ਕੜੇਵਾ ਰੱਖੀਏ ਫੇਰ ਨਹੀਂ। ਨੀਵੇਂ ਜੇ ਹੋ ਜਾਓ, ਗਰੀਬੜੇ ਜੇ ਬਣ ਜਾਓ, ਇਉਂ ਦੇਹ ਬਣਾ ਕੇ ਬੇਨਤੀਆਂ ਕਰੋ। 1 ਵਾਰ ਨਹੀਂ, 2 3 ਵਾਰ 4 ਵਾਰ 5 ਵਾਰੀ, ਕਦੇ ਨਾ ਕਦੇ ਤਾਂ ਟੁੱਟ ਪੈਣਗੇ ਮਹਾਰਾਜ ਸੱਚੇ ਪਾਤਸ਼ਾਹ। ਇਸ ਤਰ੍ਹਾਂ ਮਹਾਰਾਜ ਕਿਤੇ ਗਏ ਨਹੀਂ ਹੈ, ਆਪਾਂ ਹੀ ਭੇਜੇ ਹੋਏ ਆ। ਤਾਂ ਆਪਾਂ ਹੀ ਕਹਿੰਦੇ ਉਹ ਹੈ ਹੀ ਨਹੀਂ ਬਾਬਾ ਨਾਨਕ, ਹੁਣ ਨਹੀਂ ਦੀਂਦਾ ਹੈ।
ਉਹ ਸਾਰਾ ਕੁਝ ਤਾਂ ਹੈਗਾ ਤੁਹਾਡੇ ਕੋਲੇ, ਤੁਸੀਂ ਆਪਣੀ ਅੱਖਾਂ ਨੂੰ ਸਵਾਰੋ, ਅੱਖਾਂ ਦੇ ਨਾਲ ਦੇਖੋ ਵੀ ਗੁਰੂ ਨਾਨਕ ਸਾਹਿਬ ਵੀ ਤਾਂ ਕਥਾ ਕਰਦੇ ਆ, ਗੁਰੂ ਨਾਨਕ ਸਾਹਿਬ ਵੀ ਤਾਂ ਕੀਰਤਨ ਕਰਦੇ ਆ, ਗੁਰੂ ਨਾਨਕ ਸਾਹਿਬ ਵੀ ਤਾਂ ਆਪੇ ਹੀ ਸਾਰਾ ਕੁਝ ਕਰਦੇ ਆ, ਆਪੇ ਹੀ ਸੰਗਤ ਹੈ, ਆਪੇ ਹੀ ਕਰਨ ਵਾਲਾ, ਆਪੇ ਹੀ ਸੁਣਨ ਵਾਲਾ। ਬੰਦਾ ਕੀ ਚੀਜ਼ ਹੈ? ਬੰਦਾ ਤਾਂ ਕੁਝ ਵੀ ਨਹੀਂ ਹੈ। ਇਸ ਕਰਕੇ ਸਾਰਾ ਕੁਝ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ, ਗੁਰੂ ਕੀ ਬਾਣੀ ਹੋਈ ਸਾਰਾ ਕੁਝ ਤੁਸੀਂ ਮਹਾਰਾਜ ਜੀ ਆਪ ਹੀ ਕਰਨ ਵਾਲੇ ਹੋ। ਇਉਂ ਬੇਨਤੀਆਂ ਕਰੀਏ ਨਿਮਰਤਾ ਪੂਰਵਕ ਤਾਂ ਸਤਿਗੁਰੂ ਸਾਡੇ ਉੱਤੇ ਜ਼ਰੂਰ ਬਖਸ਼ਿਸ਼ ਕਰਨਗੇ। ਪਿਆਰ ਨਾਲ ਵਾਹਿਗੁਰੂ ਵਾਹਿਗੁਰੂ।